ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਹੈ ਪ੍ਰਾਈਮ ਪੋਲਿਟਿਕਸ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪ ਜੀ ਦੀ ਮੁਲਾਕਾਤ ਕਰਵਾਉਂਦੇ ਰਹਿੰਦੇ ਹਾਂ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਦੇ ਨਾਲ। ਤੇ ਰਾਜਨੀਤੀ ਚਾਹੇ ਆਮ ਲੋਕਾਂ ਦੀ ਹੋਵੇ ਜਾਂ ਕਹਿ ਲਓ ਜਿਹੜੀ ਵਿਧਾਨ ਸਭਾ ਵਾਲੀ ਸਿਆਸਤ ਹੋਵੇ ਜਾਂ ਫਿਰ ਜਿਹਨੂੰ ਆਪਾਂ ਮਿੰਨੀ ਪਾਰਲੀਮੈਂਟ ਕਹਿੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੋਂ ਦੀ ਧਾਰਮਿਕ ਸਿਆਸਤ ਹੋਵੇ। ਇਸ ਵਕਤ ਜਦੋਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਪਾਸੇ ਧਿਆਨ ਮਾਰਦੇ ਹਾਂ ਤਾਂ ਬਹੁਤ ਤਰ੍ਹਾਂ ਦੀਆਂ ਵਿਚਾਰਾਂ, ਬਹੁਤ ਤਰ੍ਹਾਂ ਦੀਆਂ ਗੱਲਾਂ, ਬਹੁਤ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਉਹਦਾ ਕਰਕੇ ਦੁਨੀਆ ਭਰ 'ਚ ਬੈਠੀਆਂ ਸਿੱਖ ਸੰਗਤਾਂ ਕਈ ਵਾਰ ਇਹ ਸੋਚਦੀਆਂ ਨੇ ਕਿ ਵੀ ਕਿਹੜੀ ਗੱਲ ਕਿੰਨੀ ਕੁ ਦਰੁਸਤ ਹੈ, ਕਿੰਨੀ ਕੁ ਸਹੀ ਹੈ ਜਾਂ ਕਿਹਦੇ ਵਿੱਚ ਕਿੰਨਾ ਕੁ ਫਰਕ ਹੈ। ਸੋ ਇਹ ਸਾਰੀਆਂ ਗੱਲਾਂ ਬਾਤਾਂ ਕਲੀਅਰ ਕਰਨ ਦੇ ਲਈ ਅੱਜ ਆਪਣੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਜੀ ਨੇ। ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਬੀਬੀ ਜੀ ਤੁਹਾਡਾ। ਸਭ ਤੋਂ ਪਹਿਲਾਂ ਮੈਂ ਜਿਹੜੀ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਜੀ ਉਹ ਇਹ ਹੈ ਕਿ ਇਸ ਵਕਤ ਜੋ ਆਪਾਂ ਮਾਹੌਲ ਚਾਲ ਦੇਖ ਰਹੇ ਹਾਂ ਜੀ, ਜਿੱਦਾਂ ਜੇ ਮੈਂ ਗੱਲ ਕਰਾਂ ਦਰਬਾਰ ਸਾਹਿਬ ਦੀ, ਤਾਂ ਦਰਬਾਰ ਸਾਹਿਬ ਦੇ ਵਿੱਚ ਜਿਹੜੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਇੱਕ ਧਰਨਾ ਦੇਣ ਦੀ ਗੱਲ ਕਹੀ ਗਈ ਹੈ। ਉਸ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੇ ਕਿਹਾ ਕਿ ਵੀ ਇੱਥੇ ਇਹੋ ਜਿਹਾ ਕੁਝ ਹੋ ਨਹੀਂ ਸਕਦਾ, ਇਹ ਇੱਕ ਤਰ੍ਹਾਂ ਦਾ ਟਕਰਾਅ ਵੀ ਦੇਖਿਆ ਗਿਆ। ਇਹਦੇ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਇਹ ਤਾਂ ਤਾਜ਼ੀ ਘਟਨਾ ਜੀ। ਇਹ ਬੜਾ ਮੰਦਭਾਗੀ ਗੱਲ ਹੈ ਜੋ ਹੋਈ ਹੈ। ਸਭ ਤੋਂ ਪਹਿਲੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਇਹ ਖਬਰ ਨਿਕਲਣੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਉਹ ਗੁੰਮ ਹੋਏ ਨੇ। ਸੋ ਗੁੰਮ ਜਿਹੜਾ ਸ਼ਬਦ ਹੈ ਇਹ ਆਪਣੇ ਆਪ ਦੇ ਵਿੱਚ ਭੁਲੇਖਾ ਪਾਉਂਦਾ ਹੈ, ਕਿਉਂਕਿ ਇਸ ਤਰ੍ਹਾਂ ਤਾਂ ਹੁੰਦਾ ਨਹੀਂ ਕਿ ਕੋਈ ਵੀ ਜਿਹੜੀ ਬੀੜ ਇੱਥੋਂ ਜਾਣੀ ਹੈ ਉਹ ਇਸੇ ਤਰ੍ਹਾਂ ਹੀ ਚਲੀ ਜਾਏ, ਕਿਉਂਕਿ ਉਹਦਾ ਇੱਕ ਪ੍ਰੋਸੀਜਰ ਹੁੰਦਾ ਹੈ। ਬਕਾਇਦਾ ਪ੍ਰੋਸੀਜਰ ਦੇ ਵਿੱਚੋਂ ਨਿਕਲ ਕੇ ਬਕਾਇਦਾ ਅਕਾਊਂਟੇਬਿਲਿਟੀ ਦੇ ਨਾਲ ਇੱਕ ਬੀੜ ਕਿਤੇ ਵੀ ਦਿੱਤੀ ਜਾਂਦੀ ਹੈ, ਭਾਵੇਂ ਕਿਸੇ ਦੇ ਘਰ ਜਾਣੀ ਹੋਵੇ, ਭਾਵੇਂ ਕਿਸੇ ਗੁਰਦੁਆਰੇ ਜਾਣੀ ਹੋਵੇ ਜਾਂ ਜਿੱਥੇ ਵੀ ਜਾਵੇ। ਸੋ ਜਦੋਂ ਸ਼੍ਰੋਮਣੀ ਕਮੇਟੀ ਨੂੰ ਬੜੀ ਸੰਜੀਦਗੀ ਦੇ ਨਾਲ ਇਹ ਗੱਲ ਕਰਨੀ ਚਾਹੀਦੀ ਸੀ ਕਿ ਬੀੜ ਜਿਹੜੀ ਹੈ ਉਹ ਗੁੰਮ ਨਹੀਂ ਹੋ ਸਕਦੀ। ਹਾਂ, ਇਹ ਜ਼ਰੂਰ ਹੈ ਕਿ ਜਿਹੜੀ ਸਟਾਫ ਉੱਥੇ ਬੈਠਾ ਔਰ ਉਹ ਹਿਸਾਬ ਕਿਤਾਬ ਰੱਖ ਰਿਹਾ, ਉਸ ਹਿਸਾਬ ਕਿਤਾਬ ਦੇ ਵਿੱਚ ਜ਼ਰੂਰ ਗੜਬੜ ਹੋ ਸਕਦੀ ਹੈ। ਸੋ ਉਸ ਇੱਕ ਸ਼ਬਦ ਤੋਂ ਲੈ ਕੇ ਕਿ ਜੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਾਪਤਾ ਹੋ ਗਈਆਂ, ਗੁੰਮ ਹੋ ਗਈਆਂ, ਇਸ ਦੇ ਨਾਲ ਇੰਨਾ ਬਵਾਲ ਕੌਮ ਦੇ ਵਿੱਚ ਮੱਛਿਆ ਹੈ ਜਿਹਨੇ ਅੱਜ ਇੱਕ ਬਹੁਤ ਹੀ ਮੈਂ ਸਮਝਦੀ ਹਾਂ ਮੰਦਭਾਗਾ ਰੂਪ ਅਖਤਿਆਰ ਕੀਤਾ ਹੈ ਜੀ। ਕਿਉਂਕਿ ਇੱਕ ਚੀਜ਼ ਤਾਂ ਤੁਸੀਂ ਸਮਝੋ ਨਾ ਕਿ ਇੱਕ ਦਫ਼ਤਰ ਦੇ ਵਿੱਚ ਜਦੋਂ ਕੋਈ ਵੀ ਕਾਰਵਾਈ ਹੁੰਦੀ ਹੈ, ਦਫ਼ਤਰ ਦੇ ਕੁਝ ਨਿਯਮ ਹੁੰਦੇ ਨੇ। ਜਿਹੜਾ ਮੁਲਾਜ਼ਮ ਜਿਸ ਅਹੁਦੇ ਤੇ ਬੈਠਾ ਹੈ ਉਹ ਕੁਝ ਨਿਯਮਾਂ ਦੇ ਅਨੁਸਾਰ ਕੰਮ ਕਰ ਰਿਹਾ। ਸੋ ਉਹ ਉਸ ਦੀ ਅਕਾਊਂਟੇਬਿਲਿਟੀ ਉਸ ਤਰ੍ਹਾਂ ਨਹੀਂ ਹੁੰਦੀ ਕਿ ਜਿਸ ਤਰ੍ਹਾਂ ਕਿ ਤੁਸੀਂ ਇੱਕ ਪੋਲੀਟੀਸ਼ੀਅਨ ਨੂੰ ਜਾਂ ਇੱਕ ਪਬਲਿਕ ਫਿਗਰ ਨੂੰ ਜਾ ਕੇ ਤੇ ਉਹਨੂੰ ਪੁੱਛੋ ਕਿ ਭਾਈ ਤੂੰ ਦੱਸ ਤੂੰ ਕੀ ਕੀਤਾ, ਕਿਉਂਕਿ ਦਫ਼ਤਰ ਦੇ ਸਿਸਟਮ ਦੇ ਵਿੱਚੋਂ ਦਫ਼ਤਰ ਦੀ ਗੱਲ ਨਿਕਲਣੀ ਹੈ। ਹੁਣ ਅੱਜ ਜਿਸ ਤਰੀਕੇ ਦੇ ਨਾਲ ਇਹ ਪਹਿਲੇ ਫੈਸਲਾ ਕੀਤਾ ਜਾਣਾ ਕਿ ਮੰਜੀ ਸਾਹਿਬ ਦੀਵਾਨ ਹਾਲ ਜਾ ਕੇ ਅਸੀਂ ਪ੍ਰੋਟੈਸਟ ਕਰਾਂਗੇ। ਹੁਣ ਜਿੱਥੇ ਕਥਾ ਚੱਲਦੀ ਪਈ ਹੈ, ਕੀਰਤਨ ਚੱਲਦਾ ਪਿਆ, ਜੇ ਉੱਥੇ ਤੁਸੀਂ ਕੋਈ ਪੰਥਕ ਗੱਲ ਕਰਨ ਜਾ ਰਹੇ ਹੋ ਤਾਂ ਵੀ ਉਹਦਾ ਵੀ ਕੋਈ ਤੌਰ ਤਰੀਕਾ ਹੁੰਦਾ। ਇਹ ਧਰਨੇ ਪ੍ਰੋਟੈਸਟ, ਮੈਨੂੰ ਤਾਂ ਉਹ ਸਮਾਂ ਯਾਦ ਆ ਰਿਹਾ ਸੀ ਜਦੋਂ ਅਸੀਂ 1982-83 ਵਿੱਚ ਦਰਬਾਰ ਸਾਹਿਬ ਜਾਂਦੇ ਹੁੰਦੇ ਸੀ ਔਰ ਜਦੋਂ ਵਿੱਚ ਬੁਰਛਾਗਰਦੀ ਦੇਖਦੇ ਹੁੰਦੇ ਸੀ। ਸੋ ਸਾਨੂੰ ਬਤੌਰ ਇੱਕ ਕੌਮ ਬੜੇ ਧਿਆਨ ਦੇ ਨਾਲ, ਸੰਜਮ ਦੇ ਨਾਲ ਇਸ ਸੰਜੀਦਾ ਮੁੱਦੇ ਉੱਪਰ ਚੱਲਣ ਦੀ ਜ਼ਰੂਰਤ ਹੈ। ਦਰਬਾਰ ਸਾਹਿਬ ਦੇ ਅੰਦਰ ਇਸ ਕਿਸਮ ਦੇ ਵਿਰੋਧ ਧਰਨੇ ਲਾਣੇ ਇਹ ਮੁੱਢੋਂ ਹੀ ਗਲਤ ਹਨ। ਫਿਰ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਰੋਕਿਆ ਤਾਂ ਜਿੱਥੇ ਬੈਠੇ ਸੀ ਉੱਥੇ ਜੀ ਅਸੀਂ ਲਾਈਵ ਹੋ ਰਹੇ ਹਾਂ। ਹੁਣ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋਣਾ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਟੂਲ ਵੀ ਸਾਬਤ ਹੋ ਸਕਦਾ ਹੈ, ਹਥਿਆਰ ਵੀ ਸਾਬਤ ਹੋ ਸਕਦਾ ਹੈ। ਔਰ ਇਹੀ ਜਿਹੜੀ ਹੈ ਸਾਡੀ ਕੌਮ ਦੀ ਜੇ ਕਹਿ ਲਈਏ ਕਿ ਬਦਨਾਮੀ ਦਾ ਵੀ ਕਾਰਨ ਬਣ ਸਕਦਾ ਹੈ। ਹੁਣ ਬਾਅਦ ਜਥੇਬੰਦੀਆਂ ਦਾ ਇਕੱਠਾ ਹੋਣਾ ਮਸਲਾ ਅਜਿਹਾ ਹੈ ਕਿਉਂਕਿ ਇਹਦੀ ਜਿਸ ਕਿਸਮ ਦੀ ਵਿਆਖਿਆ ਕੀਤੀ ਗਈ ਹੈ ਉਸ ਵਿਆਖਿਆ ਦੇ ਵਿੱਚ ਆਮ ਜਿਹੜਾ ਇੱਕ ਸਿੱਖ ਹੈ ਉਹ ਮਹਿਸੂਸ ਕਰਦਾ ਹੈ ਕਿ ਵੀ ਇਹ ਗਲਤ ਹੋਇਆ ਔਰ ਉਹ ਮਹਿਸੂਸ ਕਰਦਾ ਇਹਦਾ ਹੱਲ ਹੋਣਾ ਚਾਹੀਦਾ ਹੈ। ਔਰ ਉਹ ਸਮਝਦੇ ਨੇ ਕਿ ਜੇ ਅਸੀਂ ਜਾ ਕੇ ਤੇ ਇਸ ਤਰ੍ਹਾਂ ਖੜਕਾ ਦੜਕਾ ਕਰਾਂਗੇ ਤੇ ਪਤਾ ਨਹੀਂ ਸ਼ਾਇਦ ਅਸੀਂ ਗੁਰੂ ਪ੍ਰਤੀ ਜਾਂ ਕੌਮ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਔਰ ਕੁਝ ਅਨਸਰ ਇਹੋ ਜਿਹਾ ਜਿਹੜਾ ਇਸ ਸਾਰੀ ਸਿਚੁਏਸ਼ਨ ਦੀ, ਇਸ ਸਾਰੀ ਭਾਵਨਾ ਦਾ ਲਾਹਾ ਲੈ ਕੇ
ਪਤਾ ਨਹੀਂ ਉਹ ਕੀ ਸਾਬਤ ਕਰਨਾ ਚਾਹੁੰਦੇ ਨੇ, ਪਰ ਕੌਮ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾਉਣ ਦੀ ਇੱਕ ਕੋਸ਼ਿਸ਼ ਹੈ ਜਿਹੜਾ ਕਿ ਸਾਡੇ ਹਿੱਤ ਵਿੱਚ ਕਿਤੇ ਵੀ ਨਹੀਂ ਹੈ। ਇੱਥੇ ਬੀਬੀ ਜੀ ਇੱਕ ਗੱਲ ਮੈਂ ਜ਼ਰੂਰ ਤੁਹਾਡੇ ਕੋਲੋਂ ਸਮਝਣੀ ਚਾਹੁੰਦਾ, ਜਿਵੇਂ ਕਿ ਤੁਸੀਂ ਦੱਸਿਆ ਕਿ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ, ਗੁੰਮ ਹੋ ਜਾਣਾ ਸ਼ਬਦ ਜਿਹੜਾ ਸੀ ਉਹ ਨਹੀਂ ਵਰਤਿਆ ਜਾਣਾ ਚਾਹੀਦਾ, ਕਿਉਂਕਿ SGPC ਦਾ ਕੰਮ ਹੀ ਇਹ ਹੈ ਕਿ ਵੀ ਉਹਨਾਂ ਨੇ ਸਾਰੇ ਪ੍ਰਬੰਧ ਕਰਨੇ ਆ, ਅਤੇ ਪ੍ਰਬੰਧ ਜਿਹੜਾ ਹੈ ਉਹ ਕਿਤੇ ਵੀ ਨਾਕਸ ਨਹੀਂ ਹੋਣਾ ਚਾਹੀਦਾ। ਜੇ ਉਹ ਨਾਕਸ ਹੋਇਆ ਤਾਂ ਹੀ ਇਸ ਤਰ੍ਹਾਂ ਦੇ ਸ਼ਬਦ ਵੀ ਬਾਹਰ ਆਏ। ਇਹ ਵੀ ਗੱਲ ਤੁਹਾਡੀ ਜਿਹੜੀ ਉਹ ਦਰਸ਼ਕਾਂ ਤੱਕ ਪਹੁੰਚ ਗਈ ਕਿ ਜਿਹੜੀਆਂ ਸਿੱਖ ਸੰਗਤਾਂ ਨੇ ਉੱਥੇ ਜਾ ਕੇ ਜਿਹੜੀ ਜਗ੍ਹਾ ਚੁਣੀ ਕਿ ਧਰਨਾ ਪ੍ਰਦਰਸ਼ਨ ਕਰਨ ਲਈ ਜਾਂ ਵਿਰੋਧ ਪ੍ਰਗਟ ਕਰਨ ਲਈ, ਉਹ ਨਹੀਂ ਸੀ ਹੋਣੀ ਚਾਹੀਦੀ। ਪਰ ਤੁਹਾਡੇ ਮੁਤਾਬਕ ਇਹਨਾਂ ਦੋਨਾਂ ਸਿਚੁਏਸ਼ਨਸ ਦੇ ਵਿੱਚ ਜਿਹੜਾ ਸਹੀ ਹੱਲ ਹੈ ਉਹ ਕੀ ਹੋਣਾ ਚਾਹੀਦਾ ਸੀ? ਜਿਵੇਂ ਕਿ SGPC ਨੇ ਪਹਿਲਾਂ ਕਿਹਾ ਕਿ ਵੀ ਆਪਾਂ ਪੁਲਿਸ ਰਿਪੋਰਟ ਵੀ ਕਰਾਵਾਂਗੇ, ਆਪਾਂ ਬਣਦੀ ਕਾਰਵਾਈ ਵੀ ਕਰਾਵਾਂਗੇ, ਪਰ ਉਸ ਤੋਂ ਬਾਅਦ ਜਿਵੇਂ ਪਿਛਲੇ ਸਮੇਂ 'ਚ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਦਾ ਬਿਆਨ ਸੀਗਾ ਕਿ ਇੱਕ ਟੋਟਲੀ ਯੂ ਟਰਨ ਸੀ ਕਿ ਇੱਕ ਇੰਟਰਨਲ ਮਾਮਲਾ ਹੈ, ਆਪਾਂ ਆਪਣੇ ਤੌਰ 'ਤੇ ਸੁਲਝਾ ਲਾਂਗੇ, ਇਹਦੇ 'ਤੇ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਕਿ ਕੋਈ ਸਰੂਪ ਗੁੰਮ ਹੋਏ ਨੇ। ਉਸ ਬਿਆਨ ਤੋਂ ਬਾਅਦ ਹੀ ਇਹ ਵਾਲਾ ਰੋਸ ਵਧਿਆ, ਫਿਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਪਹਿਲੇ ਵੀ ਇਹ ਗੱਲ ਕਹੀ ਕਿ ਜਦੋਂ ਇਹ ਗੱਲ ਸਾਹਮਣੇ ਆਈ ਕਿ ਹਿਸਾਬ ਕਿਤਾਬ ਵਿੱਚ ਗੜਬੜ ਹੈ ਜੀ, ਤਾਂ ਉਸ ਵਕਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ, ਸਟਾਫ ਨੂੰ ਬੜੀ ਸੰਜੀਦਗੀ ਦੇ ਨਾਲ ਚੱਲਣਾ ਚਾਹੀਦਾ ਸੀ। ਔਰ ਜਿਹੜਾ ਇਮੀਡੀਏਟ ਰਿਐਕਸ਼ਨ ਜਿਹੜੇ ਹੁੰਦੇ ਨੇ, ਕਈ ਵਾਰ ਸਾਡਾ ਇੱਕਦਮ ਇਮੀਡੀਏਟ ਰਿਐਕਸ਼ਨ ਗਲਤ ਹੋ ਜਾਂਦਾ ਹੈ। ਹੁਣ ਜਿਸ ਤਰੀਕੇ ਦੇ ਨਾਲ ਇੱਥੇ ਕੀ ਹੋਇਆ, ਇੱਥੇ ਜਦੋਂ ਅਸੀਂ 5 ਮੈਂਬਰਾਂ ਨੇ ਇੱਕ ਪ੍ਰਧਾਨ ਨੂੰ ਚਿੱਠੀ ਦਿੱਤੀ, ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਸੀ, ਕਿ ਵੀ ਜਿਹੜੀ ਤੁਸੀਂ ਸਬ ਕਮੇਟੀ ਪੜਤਾਲ ਲਈ ਬਣਾਈ ਹੈ ਉਹ ਉਸੇ ਐਗਜ਼ੈਕਟਿਵ ਮੈਂਬਰ ਔਰ ਕੁਝ ਅਜਿਹੇ ਮੈਂਬਰ ਹਨ ਜਿਹੜੇ ਕਿ ਆਲਰੇਡੀ ਤੁਹਾਡੀ ਐਗਜ਼ੈਕਟਿਵ ਵਿੱਚ ਹੈਗੇ ਜੀ। ਸੋ ਇਹਦੀ ਭਰੋਸੇਯੋਗਤਾ ਬਣਾਉਣ ਵਾਸਤੇ ਇਹ ਸਬ ਕਮੇਟੀ ਅਜਿਹੇ ਮੈਂਬਰਾਂ ਦੀ ਬਣਾਈ ਜਾਏ ਜਿਹੜੇ ਨਿਰਪੱਖ ਗੁਰਸਿੱਖ ਹੋਣ ਔਰ ਜਿਨ੍ਹਾਂ ਦੀ ਰਿਪੋਰਟ ਦੇ ਉੱਪਰ ਕੌਮ ਜਿਹੜੀ ਹੈ ਭਰੋਸਾ ਕਰ ਸਕੇ। ਤਾਂ ਅੰਤਰਿਮ ਕਮੇਟੀ ਨੇ ਸ਼ਾਰਟ ਨੋਟਿਸ ਤੇ ਐਮਰਜੈਂਸੀ ਮੀਟਿੰਗ ਕਾਲ ਕਰਕੇ ਇਹ ਫੈਸਲਾ ਕੀਤਾ ਕਿ ਆਪਣੀ ਸਬ ਕਮੇਟੀ ਇਹਨਾਂ ਨੇ ਭੰਗ ਕਰ ਦਿੱਤੀ ਤੇ ਜਥੇਦਾਰ ਅਕਾਲ ਤਖਤ ਨੂੰ ਕਿਹਾ ਕਿ ਤੁਸੀਂ ਹੁਣ ਇਹਦੀ ਪੜਤਾਲ ਕਰਾਓ। ਹੁਣ ਇਹ ਜਥੇਦਾਰ ਜੀ ਤੱਕ ਜਾਣਾ ਨਹੀਂ ਸੀ ਚਾਹੀਦਾ, ਕਿਉਂਕਿ ਜਥੇਦਾਰ ਜੀ ਦਾ ਕੋਈ ਦਫ਼ਤਰੀ ਕੰਮ ਨਹੀਂ ਹੈ, ਪਰ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਹੈ, ਇਸ ਲਈ ਜਥੇਦਾਰ ਜੀ ਨੇ ਇਹਦੇ ਵਾਸਤੇ ਇੱਕ ਪੜਤਾਲੀਆ ਕਮਿਸ਼ਨ ਵੀ ਨਿਯੁਕਤ ਕੀਤਾ। 1 ਮਹੀਨਾ, ਸਵਾ ਮਹੀਨਾ ਉਹਨਾਂ ਨੇ ਬਹੁਤ ਮਿਹਨਤ ਕੀਤੀ। ਮਿਹਨਤ ਦੇ ਨਾਲ ਜੋ ਉਹਨਾਂ ਦੇ ਸਾਹਮਣੇ ਆਇਆ, ਜਿਸ ਤਰ੍ਹਾਂ ਉਹਨਾਂ ਨੇ ਤੱਥ ਸਮਝੇ ਪਰਖੇ, ਉਸ ਤਰ੍ਹਾਂ ਉਹਨਾਂ ਨੇ ਪੇਸ਼ ਕਰ ਦਿੱਤੇ। ਹੁਣ ਇੱਥੇ ਸ਼੍ਰੋਮਣੀ ਕਮੇਟੀ ਨੇ ਫੇਰ ਕਾਲ ਕੀਤੀ। ਇਹਨਾਂ ਨੂੰ ਚਾਹੀਦਾ ਸੀ ਕਿ ਜੇ 1000 ਤੋਂ ਉੱਪਰ ਪੰਨਿਆਂ ਦੀ, ਕਹਿੰਦੇ ਨੇ 1100 ਕੁਝ ਪੰਨਿਆਂ ਦੀ ਰਿਪੋਰਟ ਹੈ, ਤੇ ਪਹਿਲੇ ਘੱਟੋ ਘੱਟ ਪੜ੍ਹੋ ਤਾਂ ਸਹੀ ਆਪ ਕਿ ਉਹ ਰਿਪੋਰਟ ਕਹਿ ਕੀ ਰਹੀ ਹੈ ਔਰ ਇਹ ਉਸ ਤੋਂ ਬਾਅਦ ਫੈਸਲਾ ਕਰਨਾ ਚਾਹੀਦਾ ਸੀ ਕਿ ਇਹ ਰਿਪੋਰਟ ਦੇ ਵਿੱਚੋਂ ਆਪਣੀ ਪੜਤਾਲ ਤੁਹਾਡੀ ਕੀ ਕਹਿ ਰਹੀ ਹੈ, ਤੁਹਾਡੀ ਆਪਣੀ ਸਮਝ ਕੀ ਕਹਿ ਰਹੀ ਹੈ, ਤੇ ਫਿਰ ਫੈਸਲਾ ਇਹੋ ਜਿਹਾ ਕਰੋ ਜਿਹਦੇ ਵਿੱਚ ਦੁਬਾਰਾ ਤੁਹਾਨੂੰ ਬੈਕ ਟਰੈਕ ਨਾ ਕਰਨਾ ਪਵੇ, ਵਾਪਸ ਨਾ ਲੈਣਾ ਪਵੇ। ਉਸ ਵਕਤ ਕਿਉਂਕਿ ਦੇਖੋ ਸੋਸ਼ਲ ਮੀਡੀਆ ਦਾ ਸਮਾਂ, ਇਹੋ ਜਿਹੇ ਹਾਲਾਤ ਮਿੰਟੋ ਮਿੰਟੀ ਬਣ ਜਾਂਦੇ ਨੇ ਕਿ ਬਹੁਤੇ ਲੋਕਾਂ ਨੂੰ ਗੱਲ ਦਾ ਪਤਾ ਨਹੀਂ ਹੁੰਦਾ। ਇੱਕ ਦੇ ਕਮੈਂਟ ਤੋਂ, ਦੂਜੇ ਦੇ ਕਮੈਂਟ ਤੋਂ ਪੂਰਾ ਪ੍ਰੈਸ਼ਰ ਬਹੁਤ ਜ਼ਿਆਦਾ ਬਣ ਜਾਂਦਾ ਜੀ। ਸ਼ਾਇਦ ਉਸ ਪ੍ਰੈਸ਼ਰ ਨੂੰ ਨਿਊਟਰਲਾਈਜ਼ ਕਰਨ ਵਾਸਤੇ ਨਕਾਲੀ ਦੇ ਨਾਲ ਫੈਸਲਾ ਕਰ ਲਿਆ ਕਿ ਜਿਹੜੇ 15-16 ਮੁਲਾਜ਼ਮਾਂ ਦੀ ਲਿਸਟ ਪੜਤਾਲੀਆ ਕਮੇਟੀ ਨੇ ਦਿੱਤੀ, ਉਹਦੇ ਵਿੱਚ ਉਹਨਾਂ ਨੇ ਸਿਰਫ ਇਹ ਦਿੱਤਾ ਕਿ ਫਲਾਣੇ ਨੇ ਇਹ ਗੱਲ ਕੀਤੀ, ਫਲਾਣੇ ਨੇ ਇਹ ਕੀਤੀ, ਅਸੀਂ ਇਹ ਸਮਝਦੇ ਹਾਂ, ਪਰ ਉਹਦੀ ਡਿਟੇਲਡ ਜਿਹੜੀ ਇਨਫੋਰਮੇਸ਼ਨ ਸ਼੍ਰੋਮਣੀ ਕਮੇਟੀ ਨੂੰ ਆਪਣੇ ਦਫ਼ਤਰ ਤੋਂ ਲੈਣੀ ਚਾਹੀਦੀ ਸੀ, ਉਹਨਾਂ ਨੇ ਨਾ ਲਈ ਔਰ ਇਮੀਡੀਏਟਲੀ ਅਨਾਉਂਸ ਕਰਤਾ ਜੀ ਅਸੀਂ ਬੜੀ ਸਖਤ ਕਾਰਵਾਈ ਕਰ ਰਹੇ ਹਾਂ, ਫੌਜੀ ਕਾਰਵਾਈ ਹੋਏਗੀ ਤੇ ਅਸੀਂ ਡਿਸਮਿਸ ਕਰ ਰਹੇ ਹਾਂ ਫਲਾਣ ਟਮਕਾਣ। ਹੁਣ ਮੈਂ ਸਮਝਦੀ ਹਾਂ ਮਸਲਾ ਤਾਂ ਉਦੋਂ ਆਇਆ ਕਿ ਜਦੋਂ ਤੁਹਾਡੇ ਮੁਲਾਜ਼ਮ ਤੁਸੀਂ ਅਪਾਇੰਟ ਕਰਦੇ ਹੋ, ਕੋਈ ਨਿਯਮ ਦੇ ਅਨੁਸਾਰ ਕਰਦੇ ਹੋ, ਤੁਸੀਂ ਉਹਨੂੰ ਇਸੇ ਤਰ੍ਹਾਂ ਜ਼ਬਾਨੀ ਬੋਲਾਂ ਨਾਲ ਡਿਸਮਿਸ ਨਹੀਂ ਕਰ ਸਕਦੇ। ਬਕਾਇਦਾ ਤੁਹਾਨੂੰ ਚਾਰਜ ਸ਼ੀਟ ਦੇਣੀ ਪੈਂਦੀ ਹੈ। ਚਾਰਜ ਸ਼ੀਟ ਤੋਂ ਬਾਅਦ ਅਗਲੇ ਦਾ ਪੱਖ ਵੀ ਸੁਣਨਾ ਪੈਂਦਾ ਹੈ। ਉਸ ਤੋਂ ਬਾਅਦ ਫੈਸਲਾ ਕਰਕੇ ਤੇ ਫਿਰ ਤੁਸੀਂ ਕੋਈ ਐਕਸ਼ਨ ਲੈ ਸਕਦੇ ਹੋ। ਜਿਹੜਾ ਇਹ ਤੱਤੇ ਪੈਰੀ ਐਕਸ਼ਨ ਲੈਣਾ ਇਹਨਾਂ ਨੇ ਲੈ ਲਿਆ, ਉਹਦੇ ਵਿੱਚ ਇਹਨਾਂ ਗਲਤੀ ਕੀਤੀ ਜੀ। ਔਰ ਕਿਉਂਕਿ ਇੱਕ ਫੈਸਲਾ ਪਬਲਿਕਲੀ ਲਿਆ ਗਿਆ ਤੇ ਫਿਰ ਜਦੋਂ ਉਹਨੂੰ ਰੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਵਕਤ ਤਾਂ ਫਿਰ ਸੰਗਤਾਂ ਦੇ ਮਨਾਂ 'ਚ ਦੇਖੋ ਇਹ ਗੱਲ ਆਣੀ ਸੀ ਕਿ ਯੂ ਟਰਨ ਲਿਆ, ਇਹ ਤੁਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਸੰਜੀਦਾ ਨਹੀਂ ਹੋ। ਇਹ ਫਿਰ ਇਲਜ਼ਾਮ ਦਾ ਸਾਹਮਣਾ ਕਰਨ ਲਈ ਇਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਸੀ। ਬੀਬੀ ਜੀ, ਇੱਕ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ SGPC ਮੈਂਬਰ ਹੋ, ਇਸ ਤੋਂ ਇਲਾਵਾ ਤੁਹਾਡੇ ਕੋਲੇ ਜਨਰਲ ਸਕੱਤਰ ਦਾ ਅਹੁਦਾ ਵੀ ਰਿਹਾ, ਜੇ ਮੈਂ ਗਲਤ ਨਾ ਹੋਵਾਂ ਤਾਂ।
ਤੇ ਜੀ ਇਹ ਸਮਝਾ ਸਕਦੇ ਹੋ ਕਿ ਜਿਹੜਾ ਪੂਰਾ ਪ੍ਰੋਸੀਜਰ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੇ ਕਿਸੇ ਨੂੰ ਚਾਹੀਦਾ ਹੈ ਜਾਂ ਕਿਸੇ ਨੇ ਬੇਨਤੀ ਕੀਤੀ ਹੈ ਕਿਸੇ ਗੁਰਦੁਆਰਾ ਸਾਹਿਬ ਕਮੇਟੀ ਨੇ ਜਾਂ ਕਿਸੇ ਨੇ ਆਪਣੇ ਘਰ 'ਚ ਰੱਖਣਾ ਜਾਂ ਜੇ ਮੁਲਕ ਤੋਂ ਬਾਹਰ ਭੇਜਣਾ ਜਾਂ ਸੂਬੇ ਤੋਂ ਬਾਹਰ ਭੇਜਣਾ, ਤੇ ਉਹ ਪ੍ਰੋਸੀਜਰ ਕੀ ਹੁੰਦਾ, ਕਿਹੜੇ ਕਿਹੜੇ ਬੰਦੇ ਵਾਕਈ ਜ਼ਿੰਮੇਵਾਰ ਹੁੰਦੇ ਨੇ ਜਾਂ ਕਿਹੜੇ ਕਿਹੜੇ ਪ੍ਰੋਸੀਜਰ ਫੋਲੋ ਕੀਤੇ ਜਾਂਦੇ ਨੇ, ਤੇ ਇਸ ਮਸਲੇ 'ਚ ਤੁਹਾਨੂੰ ਲੱਗਦਾ ਹੈ ਕਿ ਇੱਥੇ ਕੁਤਾਹੀ ਹੋਈ ਹੋ ਸਕਦੀ ਹੈ? ਜਦੋਂ ਕਿਸੇ ਨੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖਣੀ ਹੋਵੇ, ਸਭ ਤੋਂ ਪਹਿਲਾਂ ਤਾਂ ਉਹ ਲਿਖਤੀ ਇੱਕ ਆਪਣੀ ਅਰਜ਼ੀ ਦਿੰਦੇ ਨੇ ਜਿਹਦੇ ਵਿੱਚ ਆਪਣਾ ਪਤਾ, ਜੀ ਆਪਣਾ ਡਿਟੇਲ ਦੱਸਦੇ ਹੈਗੇ ਨੇ ਕਿ ਇਸ ਜਗ੍ਹਾ ਸਾਡਾ ਘਰ ਹੈ, ਇੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਬਣਾਇਆ ਤੇ ਅਸੀਂ ਪ੍ਰਕਾਸ਼ ਕਰਨਾ ਚਾਹੁੰਦੇ ਹਾਂ। ਜੀ ਫਿਰ ਉਸ ਤੋਂ ਬਾਅਦ ਜਿਹੜਾ ਉਸ ਇਲਾਕੇ ਦਾ ਪ੍ਰਚਾਰਕ ਹੁੰਦਾ ਸ਼੍ਰੋਮਣੀ ਕਮੇਟੀ ਦਾ, ਉਹ ਜਾ ਕੇ ਤੇ ਉਹਨੂੰ ਵੈਰੀਫਾਈ ਕਰਦਾ ਹੈ ਜੀ ਕਿ ਵਾਕਈ ਇਹ ਐਡਰੈਸ ਸਹੀ ਹੈ, ਇਹ ਲੋਕ ਜਿਹੜੇ ਨੇ ਇਹ ਸਹੀ ਇਨਫੋਰਮੇਸ਼ਨ ਦੇ ਰਹੇ ਨੇ, ਔਰ ਜਿਹੜਾ ਪ੍ਰਚਾਰਕ ਹੈ ਉਹ ਆਪਣੀ ਰਿਪੋਰਟ ਕਰਕੇ ਤੇ ਫਿਰ ਉਹ ਹਲਕੇ ਦਾ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਹੈ ਉਹਦੇ ਕੋਲ ਤਸਦੀਕ ਕਰਾਉਣ ਜਾਂਦੇ ਨੇ ਜੀ ਔਰ ਉਸ ਤੋਂ ਬਾਅਦ ਇਹ ਦਫ਼ਤਰ ਦੇ ਵਿੱਚ ਰਿਪੋਰਟ ਜਾਂਦੀ ਹੈ, ਜਿੱਥੇ ਫਿਰ ਅੱਗੇ ਸਕੱਤਰ ਦੀ ਆਗਿਆ ਦੇ ਨਾਲ ਉਹ ਜਿਹੜੀਆਂ ਬੀੜਾਂ ਹਨ ਉਹ ਦੇ ਦਿੱਤੀਆਂ ਜਾਂਦੀਆਂ ਮਰਿਆਦਾ ਦੇ ਨਾਲ, ਕਿ ਜਿਸ ਤਰ੍ਹਾਂ ਪੰਜ ਸਿੰਘਾਂ ਜਿਸ ਤਰ੍ਹਾਂ ਦੀ ਵੀ ਮਰਿਆਦਾ ਬਣਾਈ ਹੋਈ ਹੈ ਕਿ ਚਲੋ ਉਸ ਤਰ੍ਹਾਂ ਇਸੇ ਤਰ੍ਹਾਂ ਗੁਰਦੁਆਰਾ ਸਾਹਿਬਾਨ ਦਾ ਵੀ ਹੈ ਕਿ ਗੁਰਦੁਆਰਾ ਸਾਹਿਬਾਨ ਵਾਸਤੇ ਵੀ ਫਾਰਮ ਬਣਿਆ ਹੋਇਆ, ਕਿਉਂਕਿ ਗੁਰਦੁਆਰੇ ਵਿੱਚ ਇੱਕ ਤੋਂ ਜ਼ਿਆਦਾ ਬੀੜਾਂ ਹੁੰਦੀਆਂ, ਲੋਕੀ ਆਪਣੇ ਘਰ ਅਖੰਡ ਪਾਠ ਵਾਸਤੇ ਵੀ ਬੀੜ ਲੈ ਕੇ ਜਾਂਦੇ ਨੇ, ਕਈ ਵਾਰ ਗੁਰਦੁਆਰਿਆਂ ਦੇ ਵਿੱਚ ਵੀ ਹੋ ਰਿਹਾ ਹੁੰਦਾ ਹੈ। ਸੋ ਉਹਨਾਂ ਦਾ ਵੀ ਸੇਮ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਹੈ। ਉਹਦੇ ਵਿੱਚ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੀ ਜ਼ਿੰਮੇਵਾਰੀ ਲਈ ਜਾਂਦੀ ਹੈ, ਇਸੇ ਤਰ੍ਹਾਂ ਪੜਤਾਲ ਕਰਕੇ ਬਕਾਇਦਾ ਜਾਂਦਾ ਹੈ। ਹੁਣ ਜਦੋਂ ਆਪ ਅਸੀਂ ਸ਼੍ਰੋਮਣੀ ਕਮੇਟੀ ਦੂਰ ਦੁਰਾਡੇ ਦੇ ਜਿਹੜੇ ਜਗ੍ਹਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਭੇਜਣੀ ਹੁੰਦੀ ਹੈ ਤੇ ਉਹਦੇ ਵਾਸਤੇ ਸਪੈਸ਼ਲ ਬੱਸ ਹੈਗੀ ਹੈ, ਉਹ ਤਕਰੀਬਨ 400 ਬੀੜਾਂ ਇੱਕ ਬੱਸ ਦੇ ਵਿੱਚ ਆ ਜਾਂਦੀਆਂ ਹਨ। ਪਰ ਅਮੂਮਨ ਹੁੰਦਾ ਇਸ ਤਰ੍ਹਾਂ ਕਿਉਂਕਿ ਪੜਾਅ ਲੰਬਾ ਹੈ, ਜਿਸ ਤਰ੍ਹਾਂ ਕਲਕੱਤੇ ਜਾਣਾ ਹੈਗਾ 3-4 ਦਿਨ ਲੱਗ ਜਾਂਦੇ ਨੇ, ਤੇ ਉਸ ਵਕਤ ਕੁਝ 30-40 ਕੁਝ ਬੀੜਾਂ ਐਕਸਟਰਾ ਰੱਖ ਲਈਆਂ ਜਾਂਦੀਆਂ ਨੇ। ਉਹ ਇਸ ਵਾਸਤੇ ਕਿ ਜਦੋਂ ਬੱਸ ਜਾਂਦੀ ਹੈ ਰਸਤੇ ਦੇ ਵਿੱਚ ਫਿਰ ਪੜਾਅ ਤਾਂ ਕਰਨਾ ਹੁੰਦਾ, ਗੁਰਦੁਆਰੇ ਹੀ ਰੁਕਦੇ ਨੇ ਤੇ ਗੁਰਦੁਆਰੇ ਦੇ ਵਿੱਚ ਕਈ ਵਾਰ ਹੁੰਦਾ ਕਿ ਲੋਕਲ ਜਿਹੜੇ ਪ੍ਰਬੰਧਕ ਹਨ ਉਸ ਗੁਰਦੁਆਰੇ ਦੇ ਵਿੱਚ ਕਿਸੇ ਵੇਲੇ ਬੀੜ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਵੀ ਮਤਲਬ ਤੁਸੀਂ ਜਦੋਂ ਇੱਕ ਗੱਡੀ ਲੈ ਕੇ ਜਾ ਰਹੇ ਹੋ ਔਰ ਜਿੱਥੇ ਤੁਸੀਂ ਪੜਾਅ ਕਰ ਰਹੇ ਹੋ, ਅਗਰ ਉਹ ਮੰਗ ਕਰਦੇ ਨੇ ਕਿ ਵੀ ਸਾਨੂੰ ਜ਼ਰੂਰਤ ਹੈ ਤੇ ਉਹਨਾਂ ਨੂੰ ਵੀ ਤਾਂ ਭਰੋਸਾ ਤਾਂ ਕਰਕੇ ਦੇਣੀ ਪਏਗੀ। ਫਿਰ ਇਹ ਜਿਹੜੀਆਂ ਅਨਅਕਾਊਂਟਡ ਬੀੜਾਂ ਹੁੰਦੀਆਂ ਜਿਸ ਤਰ੍ਹਾਂ ਐਕਸਟਰਾ ਜਿਹੜੀਆਂ ਇਹਨਾਂ ਨੇ ਬੀੜਾਂ ਆਪਣੇ ਕੋਲੋਂ ਰੱਖੀਆਂ ਹੁੰਦੀਆਂ ਇਹ ਜਦੋਂ ਫਿਰ ਉਹ ਗੱਡੀ ਵਾਪਸ ਆਉਂਦੀ ਹੈ ਤੇ ਉਹਨਾਂ ਨੂੰ ਇਮੀਡੀਏਟਲੀ ਇਹਨਾਂ ਦਾ ਹਿਸਾਬ ਦੇਣਾ ਪੈਂਦਾ ਹੈ ਕਿ ਆਰਡਰ ਤੋਂ ਇਲਾਵਾ ਕਿੱਥੇ ਕਿੱਥੇ ਇਹਨਾਂ ਨੇ ਕਿੰਨੀਆਂ ਬੀੜਾਂ ਦਿੱਤੀਆਂ ਔਰ ਉਹਦੀ ਭੇਟਾ ਜਮ੍ਹਾਂ ਕਰਾਣੀ ਹੁੰਦੀ ਹੈ। ਹੁਣ ਜਦੋਂ ਜੇ ਕਿਸੇ ਦੇ ਮਨ 'ਚ ਬੇਈਮਾਨੀ ਆ ਜਾਵੇ, ਜੇ ਸਪੋਜ਼ ਉਹ ਰਸਤੇ 40 ਬੀੜਾਂ ਕਿਤੇ ਦੇ ਆਏ ਔਰ ਵਾਪਸ ਆ ਕੇ ਪੈਸੇ ਨਹੀਂ ਜਮ੍ਹਾਂ ਕਰਾਉਂਦੇ ਤੇ ਗਿਣਤੀ ਵਿੱਚ ਤਾਂ ਆਪਣੇ ਆਪ ਫਰਕ ਆ ਜਾਏਗਾ। ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੁੰਦੀ ਹੈ ਉਹ ਵੀ ਤਾਂ ਸਾਰੀ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਵਿੱਚ ਹੋ ਰਹੀ ਹੈ ਔਰ ਉਹਦੇ ਵਿੱਚ ਹਰ ਲੈਵਲ ਦੇ ਉੱਪਰ ਅਕਾਊਂਟਿੰਗ ਹੈ। ਹੁਣ ਜਿਸ ਤਰ੍ਹਾਂ ਕਾਗਜ਼ ਦੀ ਖਰੀਦ ਹੈ, ਕਾਗਜ਼ ਦੀ ਖਰੀਦ ਤੋਂ ਬਾਅਦ ਕਿੰਨਾ ਕਾਗਜ਼ ਪ੍ਰਿੰਟਿੰਗ ਲਈ ਗਿਆ ਉਹ ਰਿਕਾਰਡ ਤੇ ਹੈ, ਫਿਰ ਜਿੰਨਾ ਪ੍ਰਿੰਟਿੰਗ ਵਾਸਤੇ ਗਿਆ ਅੱਗੋਂ ਬਾਈਂਡਿੰਗ ਲਈ ਕਿੰਨਾ ਗਿਆ ਉਹ ਵੀ ਰਿਕਾਰਡ ਤੇ ਹੈ। ਫਿਰ ਜਦੋਂ ਬਾਈਂਡਿੰਗ ਲਈ ਜਾਂਦਾ ਤੇ ਜਿਹੜਾ ਬਾਈਂਡਰ ਹੈ ਉਹ ਵੀ ਤਾਂ ਗਿਣਤੀ ਕਰਕੇ ਲੈਂਦਾ ਹੈ ਨਾ ਕਿ ਵੀ ਅਸੀਂ ਤੁਹਾਨੂੰ ਬਾਈਂਡ ਕਰਕੇ ਕਿੰਨਾ ਦਿੱਤਾ, ਤੇ ਜਦੋਂ ਵਾਪਸੀ ਹੈ ਉਹਨਾਂ ਨੇ ਆਪਣੀ ਪੇਮੈਂਟ ਲੈਣੀ ਹੈ ਤਾਂ ਵੀ ਉਹ ਗਿਣਤੀ ਹੋਣੀ ਹੈ। ਜਦੋਂ ਬੀੜ ਤਿਆਰ ਹੋ ਕੇ ਆਏਗੀ ਤੇ ਉਸ ਤੋਂ ਬਾਅਦ ਉਹਦੀ ਦਰਸ਼ਨ ਪਾਠ ਵੀ ਕੀਤੇ ਜਾਂਦੇ ਨੇ, ਮਤਲਬ ਸੁਧਾਈ ਵਾਸਤੇ ਵੀ ਕਈ ਵਾਰ ਕਰੈਕਸ਼ਨ ਕੋਈ ਗਲਤੀ ਨਾ ਰਹਿ ਜੇ ਉਹਦੇ ਵਾਸਤੇ ਵੀ ਗ੍ਰੰਥੀ ਸਿੰਘਾਂ ਦੀ ਡਿਊਟੀ ਲੱਗਦੀ ਹੈ। ਹੁਣ ਉਹ ਵੀ ਗਿਣਤੀ ਕਰਕੇ ਹੁੰਦਾ ਹੈ ਕਿ ਗ੍ਰੰਥੀ ਸਿੰਘਾਂ ਨੇ ਕਿੰਨੀਆਂ ਬੀੜਾਂ ਦੀ ਸੁਧਾਈ ਕੀਤੀ ਹੈ, ਉਹਨਾਂ ਕੋਲ ਵੀ ਫਿਰ ਹਿਸਾਬ ਹੁੰਦਾ ਹੈ। ਜੇ ਫਿਰ ਸਟੋਰ ਦੇ ਵਿੱਚ ਅਗਰ ਸਾਰਾ ਕੁਝ ਹੋਣ ਤੋਂ ਬਾਅਦ ਜਮਾ ਮਨਫੀ ਜਿਹੜੀ ਹੈ ਹਰ ਲੈਵਲ ਦੇ ਉੱਪਰ ਦੇ ਤਾਂ ਇਹਦੀ ਗਿਣਤੀ ਹੁੰਦੀ ਹੈ। ਸੋ ਅਗਰ ਜਿੱਥੇ ਗੜਬੜ ਹੈ, ਗੜਬੜ ਤਾਂ ਮੋਸਟ ਪ੍ਰੋਬੇਬਲੀ ਇਹਦੇ ਵਿੱਚ ਹੀ ਹੈ ਕਿ ਜਦੋਂ ਬੀੜਾਂ ਜਾਂ ਤਾਂ ਮਸਲਾ ਤਾਂ ਇਹ ਹੈ ਕਿ ਜੇ ਬੀੜਾਂ ਦੇਤੀਆਂ ਤੁਸੀਂ ਪੈਸੇ ਨਹੀਂ ਜਮਾ ਕਰਾਏ ਤੇ ਬੀੜਾਂ ਦਿੱਤੀਆਂ ਕਿੱਥੇ ਦਿੱਤੀਆਂ। ਬਿਲਕੁਲ ਸਹੀ ਗੱਲ। ਅੱਛਾ ਬੀਬੀ ਜੀ, ਇੱਥੇ ਇੱਕ ਚੀਜ਼ ਮੈਨੂੰ ਥੋੜੀ ਜਿਹੀ ਦੱਸੋਗੇ ਕਿ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇ ਲਈ ਜਾਂ ਬੀੜ ਦੇ ਲਈ ਭੇਟਾ ਕਿੰਨੀ ਹੈ ਜੀ ਜਿਹੜੀ SGPC ਨੇ ਰੱਖੀ? ਮੇਰਾ ਖਿਆਲ 2100 ਹੈ। ਅੱਛਾ ਜੀ, ਆਈ ਐਮ ਨਾਟ ਸ਼ੋਰ। ਠੀਕ ਹੈ ਜੀ। ਨਹੀਂ ਪਰ ਮੈਂ ਇਹ ਮੈਂ ਤਾਂ ਤੁਹਾਨੂੰ ਪੁੱਛਿਆ, ਚਲੋ ਇੱਕ ਅੰਦਾਜ਼ਾ ਤੁਸੀਂ ਦੇ ਦਿੱਤਾ।
ਹੁਣ ਮੈਂ ਇਹ ਸੋਚਦਾ ਸੀ ਕਿ ਜਿਵੇਂ ਤੁਸੀਂ ਕਿਹਾ ਕਿ ਇੱਕ ਬੱਸ ਹੈ, ਬੱਸ ਦੇ ਵਿੱਚ 400 ਦੇ ਕਰੀਬ ਸਰੂਪ ਆ ਸਕਦੇ ਨੇ, ਪਰ ਉਹਦੇ ਬਾਵਜੂਦ ਆਪਾਂ 430-40 ਰੱਖਦੇ ਹਾਂ, ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਉਸ ਬੱਸ ਦੇ ਵਿੱਚ ਰੱਖਿਆ ਜਾਂਦਾ ਹੋਏਗਾ, ਉਹ ਸਤਿਕਾਰ ਮੇਨਟੇਨ ਰਹਿੰਦਾ ਜੀ, ਜਾਂ ਉਹ ਥੋੜ੍ਹਾ ਜਿਹਾ ਸਮਝਾਓਗੇ? ਕਿਉਂਕਿ ਅਚਾਨਕ ਮੇਰੇ ਦਿਮਾਗ 'ਚ ਆਇਆ ਕਿ ਇੱਕ ਬੱਸ ਹੈ, ਉਸ ਬੱਸ ਦੇ ਵਿੱਚ ਇੰਨੇ ਸਰੂਪ ਆ ਜਾਣੇ, ਕਿਉਂਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਸੁੱਖ ਆਸਣ ਦੇਖਦੇ ਹਾਂ ਜਾਂ ਸੱਚਖੰਡ ਸਾਹਿਬ ਦੇ ਵਿੱਚ ਦੇਖਦੇ ਹਾਂ, ਤਾਂ ਇਹ ਦੱਸਿਆ ਜਾਂਦਾ ਹੈ ਕਿ ਇੱਕ ਬੈੱਡ ਦੇ ਉੱਪਰ 5 ਸਰੂਪ ਹੀ ਹੁੰਦੇ ਨੇ। ਅਤੇ ਪਿਛਲੇ ਸਮੇਂ ਜਦੋਂ ਇਹ ਅੱਗ ਦੀ ਘਟਨਾ ਹੋਈ ਸੀ, ਉਦੋਂ ਵੀ ਕੁਛ ਇਹੋ ਜਿਹਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ 4-5 ਬੈੱਡ ਜਿਹੜੇ ਸੀ ਉਹ ਵੀ ਨਾਲ ਨੁਕਸਾਨੇ ਗਏ ਸੀ। ਫਿਰ ਜਦੋਂ ਬੱਸ ਜਾਂਦੀ ਆ, ਉਹਦੇ 'ਚ ਸਰੂਪਾਂ ਨੂੰ ਫਿਰ ਕਿਵੇਂ ਰੱਖਿਆ ਜਾਂਦਾ ਜੀ? ਦੇਖੋ, ਇਹ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਜੀ ਕਿ ਸਿੱਖ ਵਾਸਤੇ ਸ਼ਬਦ ਗੁਰੂ ਹੈ। ਜੀ ਸ਼ਬਦ ਗੁਰੂ ਦਾ ਸਤਿਕਾਰ ਅਸੀਂ ਕਰਦੇ ਹਾਂ, ਔਰ ਉਹ ਜਿਹੜਾ ਸ਼ਬਦ ਗੁਰੂ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਜੀ ਠੀਕ ਹੈ। ਤੇ ਜਦੋਂ ਅਸੀਂ ਲੈ ਕੇ ਜਾਂਦੇ ਹਾਂ, ਬਕਾਇਦਾ ਸਤਿਕਾਰ ਦੇ ਨਾਲ ਲੈ ਕੇ ਜਾਂਦੇ ਹਾਂ। ਅਗਰ ਰੈਕ ਬਣਿਆ ਹੋ, ਇਹ ਜਿਹੜੀ ਬੈੱਡ ਵਾਲੀ ਗੱਲ ਹੈ, ਇਹ ਨਵੀਆਂ ਗੱਲਾਂ ਅੱਛਾ ਕਿ ਜੀ। ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਏਸੀ ਹੋਣਾ ਚਾਹੀਦਾ ਹੈ, ਸਰਦੀਆਂ ਦੇ ਵਿੱਚ ਕੰਬਲ ਹੋਣਾ ਚਾਹੀਦਾ ਹੈ। ਇਹ ਸਭ ਸਾਡੇ ਦੇਖਦੇ ਦੇਖਦੇ ਪਿਛਲੇ 15-20 ਸਾਲਾਂ ਤੋਂ ਇਹ ਗੱਲਾਂ ਸ਼ੁਰੂ ਹੋਈਆਂ, ਜੀ ਜੀ ਕਿਉਂਕਿ ਸ਼ਬਦ ਗੁਰੂ ਨੂੰ ਤਾਂ ਨਾ ਠੰਡ ਲੱਗਦੀ ਹੈ ਤੇ ਨਾ ਗਰਮੀ ਲੱਗਦੀ ਹੈ। ਜੀ ਜੀ ਪਰ ਜਦੋਂ ਦੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਇਸ ਤਰ੍ਹਾਂ ਦੇ ਇਨਸਾਨੀ ਮੂਰਤ ਵਰਗੀ ਜਿਹੜੀ ਇੱਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਡੀ ਸਾਰੀ ਦੀ ਸਾਰੀ ਸਮੱਸਿਆ ਸ਼ੁਰੂ ਹੀ ਉੱਥੋਂ ਹੋਈ ਹੈ। ਦੇਖੋ, ਅਗਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਸੁਖਾਸਨ ਹੁੰਦਾ ਹੈ ਤੇ ਸੁਖਾਸਨ ਵਾਸਤੇ ਤੁਸੀਂ ਦੇਖੋ ਬੀੜ ਦਾ ਕਿੰਨਾ ਸਾਈਜ਼ ਹੈ ਜੀ। ਉਹਦੇ ਹਿਸਾਬ ਸਿਰ ਬਕਾਇਦਾ ਥੱਲੇ ਗੱਦਾ ਹੋਣਾ, ਸਾਫ਼ ਚਾਦਰ ਹੋਣੀ, ਉਹਨੂੰ ਲਪੇਟਣ ਵਾਸਤੇ ਸਾਫ਼ ਰੁਮਾਲੇ ਹੋਣੇ, ਉੱਪਰ ਚੰਦੋਆ ਹੋਣਾ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਤੇ ਵੀ ਜਿਹੜੀ ਰਹਿਤ ਮਰਿਆਦਾ ਹੈ, ਉਹਦੇ ਵਿੱਚ ਇਹ ਨਹੀਂ ਲਿਖਿਆ ਕਿ ਸਾਈਜ਼ ਕਿੰਨਾ ਹੋਣਾ ਚਾਹੀਦਾ ਹੈ। ਅੱਛਾ ਜੀ। ਹੁਣ ਕਿਉਂਕਿ ਸ਼ਬਦ ਗੁਰੂ ਪ੍ਰਤੀ ਲੋਕਾਂ ਦੀ ਜਿਹੜੀ ਮੈਂ ਸਮਝਦੀ ਹਾਂ ਇਹ ਇਗਨੋਰੈਂਸੀ ਹੈ, ਜਾਂ ਕੁਝ ਸੰਪਰਦਾਵਾਂ ਦਾ ਇਹੋ ਜਿਹਾ ਪ੍ਰਚਾਰ ਹੈ ਕਿ ਤੁਹਾਨੂੰ ਬੈੱਡ ਚਾਹੀਦਾ ਹੈ। ਬੈੱਡ ਤਾਂ ਇਨਸਾਨ ਨੂੰ ਚਾਹੀਦਾ ਹੈ। ਬਿਲਕੁਲ ਸਹੀ ਜੀ, ਬਿਲਕੁਲ ਸਹੀ। ਤੇ ਸ਼ਬਦ ਗੁਰੂ ਨੂੰ ਤੁਸੀਂ ਕੀ ਇਨਸਾਨ ਦੇ ਪੈਰਲਲ ਕਰ ਦਿੱਤਾ ਹੈਗਾ, ਔਰ ਇੱਕ ਸਾਈਜ਼ ਤੁਸੀਂ ਕਿਸ ਤਰ੍ਹਾਂ ਮਿੱਥ ਸਕਦੇ ਹੋ? ਮੈਂ ਸਮਝ ਗਿਆ। ਮੈਂ ਐਕਚੁਅਲੀ ਜਿਹੜਾ ਮੇਰਾ ਸਵਾਲ ਸੀਗਾ, ਉਹ ਲੱਗਦਾ ਕਿ ਉਹਦਾ ਜਵਾਬ ਕਲੀਅਰ ਹੋ ਗਿਆ। ਅੱਛਾ, ਇੱਕ ਬੀਬੀ ਜੀ, ਮੈਂ ਤੁਹਾਡੇ ਕੋਲੋਂ ਗੱਲ ਇਹ ਪੁੱਛਣੀ ਸੀ ਕਿ ਜਿੱਦਾਂ ਤੁਸੀਂ 30-40 ਸਰੂਪ ਵੱਧ ਦੀ ਗੱਲ ਕੀਤੀ, ਤਾਂ ਮੈਂ ਮੋਟਾ ਆਪਣੇ ਮਨ 'ਚ ਹਿਸਾਬ ਲਾਉਂਦਾ ਸੀ ਕਿ ਜੇ 2000 ਰੁਪਈਆ ਭੇਟਾ ਵੀ ਹੋਵੇ ਤੇ 60,000 ਜਾਂ 80,000 ਦੇ ਕਰੀਬ ਦਾ ਭੇਟਾ ਬਣ ਜਾਂਦੀ ਹੈ। ਹੁਣ 60,000 ਜਾਂ 70,000 ਜਾਂ 80,000 ਦੇ ਕਰੀਬ ਦੀ ਭੇਟਾ ਹੋਏਗੀ ਜਦੋਂ, ਤੇ ਜਿਹੜੇ ਬੰਦੇ ਵਾਪਸ ਮੁੜਦੇ ਨੇ, ਜੇ ਉਹਨਾਂ ਨੇ ਇਹਦੇ ਵਿੱਚੋਂ ਕੁਛ ਨਾ ਕੁਛ ਆਪਣੀ ਜੇਬ 'ਚ ਪਾਉਣਾ ਸ਼ੁਰੂ ਕਰ ਦਿੱਤਾ, ਤੇ ਇਹਦਾ ਮਤਲਬ ਇਹ ਰਾਤੋਂ ਰਾਤ ਤਾਂ ਨਹੀਂ ਰਿਵਾਜ ਪਿਆ ਹੋਊਗਾ ਨਾ ਜੀ? ਤੁਹਾਨੂੰ ਲੱਗਦਾ ਨਹੀਂ ਕਿ ਇਹ ਲੰਮੇ ਸਮੇਂ ਤੋਂ ਕੰਮ ਚੱਲਦਾ ਹੋਊਗਾ? ਤੇ ਐਜ਼ ਏ SGPC ਮੈਂਬਰ, ਜਾਂ ਕਿਉਂਕਿ ਤੁਸੀਂ ਵੀ ਜ਼ਿੰਮੇਵਾਰ ਅਹੁਦਿਆਂ 'ਤੇ ਰਹੇ ਹੋ ਤੇ ਤੁਸੀਂ ਵੇਲੇ ਕੁ ਵੇਲੇ ਆਵਾਜ਼ ਵੀ ਉਠਾਉਂਦੇ ਰਹੇ ਹੋ, ਪਹਿਲਾਂ ਵੀ ਕਦੀ ਇਹੋ ਜਿਹੀ ਕੋਈ ਬੇਨਿਯਮੀ ਤੁਹਾਡੇ ਧਿਆਨ 'ਚ ਆਈ ਜਾਂ ਨਹੀਂ ਜੀ? ਦੇਖੋ, ਦਫ਼ਤਰੀ ਰਿਕਾਰਡ ਦੇ ਵਿੱਚ ਤਾਂ ਜਿਹੜਾ ਹੁਣ ਅਸੀਂ ਦੇਖ ਰਹੇ ਹਾਂ, ਕਿਉਂਕਿ ਇੱਕ ਚੀਜ਼ ਮੈਂ ਬੜੇ ਸਪਸ਼ਟ ਕਰਦਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਹੁੰਦੇ ਨੇ, ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹੁੰਦੇ। ਇਸ ਲਈ ਜਿਹੜਾ ਦਫ਼ਤਰੀ ਰਿਕਾਰਡ ਹੈ, ਜੋ ਅਸੀਂ ਡਿਮਾਂਡ ਕਰਾਂਗੇ, ਸਾਨੂੰ ਇਹ ਇਨਫੋਰਮੇਸ਼ਨ ਚਾਹੀਦੀ ਹੈ, ਅਸੀਂ ਸਕੱਤਰ ਨੂੰ ਪੁੱਛਣਾ, ਅੱਗੇ ਸਕੱਤਰ ਨੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ। ਨਹੀਂ, ਮੈਂ ਮਾਫੀ ਚਾਹੁੰਦਾ ਬੀਬੀ ਜੀ, ਮੈਂ ਨਾ ਇਸ ਕਰਕੇ ਸਵਾਲ ਪੁੱਛਿਆ ਸੀ, ਕਿਉਂਕਿ ਜਦੋਂ ਇਹੋ ਜਿਹੀ ਗੱਲ ਚੱਲਦੀ ਹੋਵੇ ਨਾ ਕੋਈ ਤਾਂ ਗੁਰੂ ਦਾ ਪਿਆਰਾ ਹੁੰਦਾ ਹੀ ਆ, ਜਿਹੜਾ ਇਹ ਸਾਰਾ ਕੁਝ ਦੇਖਦਾ ਹੁੰਦਾ, ਤੇ ਉਹ ਤੁਹਾਡੇ ਤੱਕ ਗੱਲ ਤੇ ਪਹੁੰਚਾਉਂਦਾ ਹੀ ਹੋਊਗਾ ਜੀ ਕਿ ਮੈਂ ਇਹੋ ਜਿਹਾ ਕੁਝ ਹੁੰਦਾ ਦੇਖਿਆ। ਮੈਂ ਉਸ ਪੁਆਇੰਟ ਆਫ ਵਿਊ ਤੋਂ ਸਵਾਲ ਪੁੱਛ ਰਿਹਾ ਸੀ ਕਿ ਤੁਸੀਂ ਕਿਉਂਕਿ ਜ਼ਿੰਮੇਵਾਰ ਅਹੁਦਿਆਂ 'ਤੇ ਹੋ, ਕਿ ਤੁਸੀਂ ਪੁੱਛ ਸਕਦੇ ਹੋ, ਇਸ ਕਰਕੇ ਮੈਂ ਕਿਹਾ ਵੀ ਤੁਹਾਡੇ ਧਿਆਨ 'ਚ ਪਹਿਲਾਂ ਵੀ ਕਦੀ ਕਿਸੇ ਨੇ ਲਿਆਂਦੀ ਗੱਲ? ਨਹੀਂ, ਮੈਂ ਇਸੇ ਗੱਲ ਲਈ ਇਹ ਬੈਕਗਰਾਉਂਡ ਤੁਹਾਨੂੰ ਦੱਸੀ ਹੈ ਨਾ ਥੋੜਾ, ਕਿਉਂਕਿ ਆਮ ਜਿਹੜੇ ਸਿੱਖ ਹਨ ਉਹ ਸ਼੍ਰੋਮਣੀ ਕਮੇਟੀ ਮੈਂਬਰ ਔਰ ਸ਼੍ਰੋਮਣੀ ਕਮੇਟੀ ਮੁਲਾਜ਼ਮ ਵਿੱਚ ਫਰਕ ਨਹੀਂ ਕਰਦੇ ਜੀ ਜੀ। ਉਹਨਾਂ ਦੀਆਂ ਡਿਊਟੀਆਂ ਦੇ ਵਿੱਚ ਫਰਕ ਨਹੀਂ ਕਰਦੇ, ਜਿਸ ਪਿੱਛੇ ਮੈਂ ਇਹ ਪੁਆਇੰਟ ਜਿਹੜਾ ਉਹਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੀ ਜੀ। ਬਾਕੀ ਜਿਹੜਾ ਹੁਣ ਜਿਹੜੀਆਂ ਗੱਲਾਂ ਸਾਹਮਣੇ ਆਈਆਂ, ਜਿਸ ਤਰ੍ਹਾਂ ਪੜਤਾਲੀਆ ਕਮਿਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 13-14 ਦੀ ਜਿਹੜੀ ਆਡਿਟ ਰਿਪੋਰਟ ਸੀ, ਉਹਦੇ ਤੋਂ ਹੀ ਥੋੜਾ ਬਹੁਤ ਇਸ ਤਰ੍ਹਾਂ ਥੋੜੀਆਂ ਬਹੁਤੀਆਂ ਬੀੜਾਂ ਦੀ ਗੜਬੜ ਹੋ ਰਹੀ ਸੀ। ਦੇਖੋ, ਇੱਕ ਤਾਂ ਗਲਤੀ ਵੀ ਹਿਸਾਬ ਕਿਤਾਬ ਵਿੱਚ ਲੱਗ ਸਕਦੀ ਹੈ, ਉਹ ਕੁਦਰਤੀ ਹੈ, ਕਿਸੇ ਵੇਲੇ ਹੋ ਵੀ ਸਕਦਾ ਹੈ, ਔਰ ਕਿਸੇ ਵੇਲੇ ਨੀਅਤਨ ਬੇਈਮਾਨੀ ਵੀ ਹੋ ਜਾਂਦੀ ਹੈ। ਪਰ ਅਸੀਂ ਕਦੀ ਇਹ ਨਹੀਂ ਸੀ ਸੋਚਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੇ ਉੱਪਰ ਕੋਈ ਬੇਈਮਾਨੀ ਹੋ ਸਕਦੀ ਹੈ। ਇਹ ਐਕਚੁਅਲੀ ਕਦੀ ਸੋਚਿਆ ਹੀ ਨਹੀਂ ਸੀ ਕਿ ਇੰਜ ਵੀ ਹੋ ਸਕਦਾ ਹੈ। ਜੀ ਜੀ। ਪਰ ਇਹ ਜ਼ਰੂਰ ਹੈ ਕਿ ਥੋੜੀਆਂ ਬਹੁਤੀਆਂ ਬੀੜਾਂ ਵੱਧ ਘੱਟ ਹੋਣ ਦਾ ਸਿਲਸਿਲਾ ਕਾਫੀ ਦੇਰ ਤੋਂ ਚੱਲ ਰਿਹਾ ਹੈ।
ਅੱਛਾ ਪਰ ਜੀ। ਇੱਕਦਮ ਇਹ ਜਿਹੜਾ ਇੰਨਾ ਵੱਡਾ ਨੰਬਰ ਆਇਆ ਹੈਗਾ, ਇਹ ਸਾਡੇ ਵਾਸਤੇ ਵੀ ਬੜੀ ਹੈਰਾਨੀ ਦੀ ਗੱਲ ਹੈ। ਇੱਥੇ ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਣਨੀ ਚਾਹੁੰਦਾ, ਮੈਨੂੰ ਆਸ ਹੈ ਕਿ ਜਿੱਦਾਂ ਹੁਣ ਤੁਸੀਂ ਵੀ ਇਜਲਾਸ 'ਚ ਜਾਣਾ ਤੇ ਉੱਥੇ ਸ਼ਾਇਦ ਤੁਹਾਨੂੰ ਇਹ ਮੌਕਾ ਮਿਲੇ ਗੱਲ ਕਰਨ ਦਾ। ਇੱਕ ਪ੍ਰਭਾਵ ਗਿਆ ਪਿਛਲੇ ਸਮੇਂ 'ਚ ਜਦੋਂ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੇ ਕਿਹਾ ਕਿ ਆਪਾਂ ਕੋਈ ਵੀ FIR ਨਹੀਂ ਕਰਾਉਣੀ ਗੁੰਮਸ਼ੁਦਗੀ ਦੀ, ਆਪਾਂ ਆਪਣੇ ਤੌਰ ਦੇ ਉੱਪਰ ਹੀ ਇਹ ਸਾਰਾ ਕੁਝ ਮਸਲਾ ਹੱਲ ਕਰਾਂਗੇ। ਤਾਂ ਕੀ ਇਹ ਮੰਨ ਲਿਆ ਜਾਵੇ ਕਿ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਹਰ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਹੁੰਦਾ ਹੈ ਜਾਂ ਨੁਕਸਾਨਿਆ ਜਾਂਦਾ ਹੈ ਤੇ ਫਿਰ ਉਹਦੀ ਵੀ FIR ਨਹੀਂ ਹੋਊਗੀ? ਤੇ ਜੇ ਇਹ ਰੀਤ ਨੂੰ ਇਦਾਂ ਹੀ ਜੋੜਦੇ ਆ ਤੇ 2015 ਦਾ ਜਿਹੜਾ ਮਾਮਲਾ ਹੈ ਜਿਹਦਾ ਕਰਕੇ ਆਪਾਂ ਦੇਖਿਆ ਕਿ ਪੰਜਾਬ 'ਚ ਜੋ ਕੁਝ ਹੋਇਆ, ਫਿਰ ਉਸ ਕੇਸ ਦੇ ਵਿੱਚ ਵੀ ਇਹਦੀ ਉਦਾਹਰਨ ਦਿੱਤੀ ਜਾਊਗੀ ਕਿ ਦੇਖੋ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਖੁਦ ਕਹਿੰਦੀ ਹੈ ਕਿ ਜੀ ਆਪਾਂ ਇਹਦੇ ਲਈ FIR ਨਹੀਂ ਕਰਨੀ, ਜਾਂ ਜੇ ਸਰੂਪ ਗੁੰਮ ਹੀ ਹੋ ਗਏ ਤਾਂ ਅਸੀਂ ਆਪਣੇ ਤੌਰ ਦੇ ਉੱਪਰ ਦੇਖ ਲਵਾਂਗੇ। ਉਹਨੂੰ ਕਿਵੇਂ ਦੇਖਦੇ ਹੋ? ਇਹ ਦੋ ਵੱਖਰੇ ਵੱਖਰੇ ਮਸਲੇ। ਜਿਹੜੀ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਾਈਬਲ ਕਲਾ ਚੋਰੀ ਹੋਈ ਹੈ, ਉਹ ਬਕਾਇਦਾ ਲਲਕਾਰ ਕੇ ਹੋਈ ਹੈ ਜੀ। ਉਹਦੇ ਵਿੱਚ ਬਕਾਇਦਾ ਇਸ਼ਤਿਹਾਰ ਕੱਢੇ ਗਏ ਕਿ ਵੀ ਤੁਹਾਡਾ ਗੁਰੂ ਸਾਡੇ ਕੋਲ ਹੈ, ਜੇ ਹਿੰਮਤ ਹੈ ਤੇ ਲੈ ਜਾਓ ਜੀ। ਉਹ ਤਾਂ ਬਕਾਇਦਾ ਫਸਾਦ ਪਾਉਣ ਵਾਸਤੇ ਇਹ ਸਾਰਾ ਕੰਮ ਕੀਤਾ ਗਿਆ। ਹੁਣ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈ ਉਹਦੇ ਵਿੱਚ ਇਹ ਬੇਈਮਾਨੀ ਹੈ ਜੀ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਤੇ ਚੋਰੀ ਹੋਈ ਹੈ, ਇਹ ਭੇਟਾ ਚੋਰੀ ਹੋਈ ਹੈ, ਇਹਦੇ ਵਿੱਚ ਬੇਈਮਾਨੀ ਹੈ। ਔਰ ਕਿੱਥੇ ਗਈ ਹੈ ਤੇ ਦੇਖੋ ਇਹ ਤਾਂ ਫਿਰ ਉਹਨੂੰ ਜਿਹੜਾ ਵੀ ਸੰਬੰਧਿਤ ਸਟਾਫ ਹੈ, ਰਿਕਾਰਡ ਹੈ, ਉਹਦੇ ਵਿੱਚੋਂ ਨਿਕਲਣਾ ਚਾਹੀਦਾ ਨਾ। ਜੀ ਜੀ। ਇਹ ਸਾਨੂੰ ਉੱਥੋਂ ਘੋਖਣਾ ਚਾਹੀਦਾ। ਤੇ ਜੇ ਅਸੀਂ ਇਸ ਕੇਸ ਦੇ ਵਿੱਚ ਕਹਿੰਦੇ ਆ ਕਿ ਪੁਲਿਸ FIR ਹੋਵੇ, ਸੋ ਇਹਦਾ ਮਤਲਬ ਹੈ ਕਿ ਜੇ ਪੁਲਿਸ ਬਰਾਮਦ ਕਰਨ ਜਾਂਦੀ ਹੈ ਤੇ ਕੀ ਇਹ ਲੋਕਾਂ ਦੇ ਘਰਾਂ ਚੋਂ ਗੁਰੂ ਗ੍ਰੰਥ ਸਾਹਿਬ ਦੀ ਜਾ ਕੇ ਪੁਲਿਸ ਹੁਣ ਛਾਨਬੀਨ ਕਰੇਗੀ, ਉਹ ਪੜਤਾਲ ਕਰੇਗੀ ਕਿ ਇਹ ਬੇਅਦਬੀ ਨਹੀਂ ਹੋਏਗੀ? ਜੀ ਜੀ ਜੀ। ਸੋ ਇਸ ਕਰਕੇ ਸੋਚਿਆ ਗਿਆ ਕਿ ਵੀ ਇਸ ਮਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਆਪਣੇ ਤੌਰ ਦੇ ਉੱਪਰ ਦੇਖ ਲਏਗੀ, ਆਪਾਂ ਨੂੰ ਪੁਲਿਸ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ ਜੀ। ਅੰਦਾਜ਼ਾ ਹੀ ਲਾ ਸਕਦੇ ਹਾਂ ਜੀ ਕਿ ਥੋੜੀ ਬੈਟਰ ਸੈਂਸ ਪ੍ਰੀਵੇਲ ਕੀਤੀ ਹੋਏਗੀ। ਜੀ ਜੀ। ਅੱਛਾ ਬੀਬੀ ਜੀ, ਮੈਨੂੰ ਇੱਕ ਗੱਲ ਦੱਸਿਓ ਕਿ ਮੈਂ ਪਿਛਲੇ ਸਮੇਂ ਦੇ ਵਿੱਚ ਵੀ ਦੇਖਦਾ ਰਿਹਾ, ਜਦੋਂ ਵੀ ਇਹ ਸਾਰਾ ਮਸਲਾ ਸੀਗਾ, ਖਾਸ ਕਰਕੇ ਜੇ 2015 ਦਾ ਜ਼ਿਕਰ ਚੱਲਿਆ ਤਾਂ ਉਦੋਂ ਇਜਲਾਸ ਮੌਕੇ ਜਦੋਂ ਸਾਰੇ ਮੈਂਬਰ ਸਾਹਿਬਾਨ ਉੱਥੇ ਇਕੱਤਰ ਹੁੰਦੇ ਆ ਤਾਂ ਇਹ ਦੇਖਣ 'ਚ ਆਇਆ ਕਿ ਜਿਹੜੇ ਵੀ SGPC ਮੈਂਬਰ ਆਪਣੀ ਵੱਖਰੀ ਰਾਏ ਰੱਖਣੀ ਚਾਹੁੰਦੇ ਆ, ਜਿਨ੍ਹਾਂ ਨੂੰ ਲੱਗਦਾ ਕਿ ਆ ਸਾਡੇ ਕੁਝ ਇੱਕ ਇਤਰਾਜ਼ ਨੇ, ਤਾਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ, ਜਿਹਦੇ 'ਚੋਂ ਤੁਸੀਂ ਵੀ ਵਿਕਟਮ ਬਣੇ ਹੋ ਜੀ 2-4 ਵਾਰ। ਉਹ ਥੋੜ੍ਹਾ ਜਿਹਾ ਸਮਝਾਓਗੇ ਜੀ ਉਹ ਸਾਰਾ ਕਿੱਸਾ? ਸ਼੍ਰੋਮਣੀ ਕਮੇਟੀ ਦਾ ਜਦੋਂ ਦੀ ਮੈਂ ਮੈਂਬਰ 96 ਤੋਂ ਬਣੀ ਆ, ਉਦੋਂ ਦਾ ਦੇਖ ਰਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਉੱਥੇ ਬੋਲਣ ਦਾ ਸਮਾਂ ਦਿੱਤਾ ਨਹੀਂ ਜਾਂਦਾ ਜੀ। ਆਮ ਤੌਰ ਦੇ ਉੱਪਰ ਕੀ ਹੁੰਦਾ ਹੈ ਕਿ ਜਿਹੜੇ ਮਤੇ ਵੀ ਹੁੰਦੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ, ਉਹ ਵੀ ਪ੍ਰਧਾਨ ਨੂੰ ਸਟਾਫ ਕਾਗਜ਼ ਫੜਾ ਦਿੰਦਾ ਹੈ, ਉਹ ਪ੍ਰਧਾਨ ਪੜ੍ਹ ਦਿੰਦਾ ਹੈ, ਕੋਈ ਉਹਦੇ ਤੇ ਵਿਚਾਰ ਨਹੀਂ ਹੁੰਦੀ। ਕਿਸੇ ਮੈਂਬਰ ਨੂੰ ਨਹੀਂ ਇਹ ਟਾਈਮ ਦਿੱਤਾ ਜਾਂਦਾ ਕਿ ਵੀ ਤੁਸੀਂ ਖੜੇ ਹੋ ਕੇ ਗੱਲ ਕਰੋ। ਜੀ ਜੀ। ਇਹ ਰਿਵਾਇਤ ਜਿਹੜੀ ਚੱਲੀ ਆ ਰਹੀ ਹੈ, ਇਹ ਵੀ ਪੁਰਾਣੀ ਪਹਿਲੇ ਨਹੀਂ ਸੀ ਹੁੰਦੀ, ਪਰ ਅਸੀਂ ਜਦੋਂ ਦੇ ਮੈਂਬਰ ਬਣੇ ਆ ਇਹ ਰਿਵਾਇਤ ਦੇਖ ਰਹੇ ਹਾਂ। ਔਰ ਇਹ ਮੈਂ ਸਮਝਦੀ ਹਾਂ ਇਹ ਬਹੁਤ ਗਲਤ ਹੈ, ਕਿਉਂਕਿ ਜੇ ਅਸੀਂ ਮੈਂਬਰ ਬਣੇ ਆ, ਜੇ ਅਸੀਂ ਮਸਲੇ ਆਪਣੇ ਜਿਹੜੇ ਹਲਕੇ ਦੇ ਗੁਰਦੁਆਰੇ ਉਹਨਾਂ ਦੇ ਨਹੀਂ ਉਠਾਣੇ ਤੇ ਫਿਰ ਸਾਡੇ ਮੈਂਬਰ ਬਣਨ ਦਾ ਫਾਇਦਾ ਕੀ? ਹੁਣ ਮਿਸਾਲ ਦੇ ਤੌਰ ਤੇ ਪਿਛਲੇ ਬਜਟ ਸੈਸ਼ਨ ਦੇ ਵਿੱਚ ਜਦੋਂ ਇਹ ਮੈਂ ਮਸਲਾ ਉਠਾਉਣਾ ਚਾਹਿਆ ਕਿ ਜਿਹੜੇ ਮੇਰੇ ਹਲਕੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਹੈ, ਉਹ ਘਾਟੇ ਦੇ ਵਿੱਚ ਜਾ ਰਿਹਾ ਜੀ। ਕਿਉਂ ਘਾਟੇ ਵਿੱਚ ਜਾ ਰਿਹਾ? ਔਰ ਬਕਾਇਦਾ ਅੰਕੜੇ ਲੈ ਕੇ ਉਹ ਬਜਟ ਦੇ ਵਿੱਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਵੀ ਇਹਦੇ ਵਿੱਚ ਸਾਨੂੰ ਇਸ ਤਰ੍ਹਾਂ ਚੇਂਜ ਜੋ ਵੀ ਸੁਝਾਅ ਸੀ ਦੇਣੇ ਚਾਹੇ, ਪਰ ਉੱਥੇ ਕੋਈ ਸੁਣਵਾਈ ਨਹੀਂ ਹੋਈ। ਔਰ ਮੈਂ ਹੈਰਾਨ ਆ ਕਿ ਜਿਹੜਾ ਮੈਂ ਇੱਕ ਰਿਟਨ ਕਾਗਜ਼ ਉਸ ਵਕਤ ਉਸ ਵੇਲੇ ਦੇ ਜਨਰਲ ਸਕੱਤਰ ਨੂੰ ਫੜਾਇਆ ਕਿ ਇਹ ਜੇ ਤੁਸੀਂ ਟਾਈਮ ਨਹੀਂ ਦੇਣਾ ਤੇ ਘੱਟੋ ਘੱਟ ਇਹਨੂੰ ਔਨ ਰਿਕਾਰਡ ਨੋਟ ਹੀ ਕਰ ਲਓ, ਉਹ ਕਾਰਵਾਈ ਦਾ ਹਿੱਸਾ ਹੀ ਨਹੀਂ ਬਣਿਆ। ਔਰ ਇਹੀ ਕਾਰਨ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਹਾਊਸ ਦੇ ਵਿੱਚ ਤੁਹਾਨੂੰ ਗੱਲ ਕਰਨ ਦਾ, ਮਸਲੇ ਹੱਲ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਤੇ ਫਿਰ ਸਾਡੇ ਵਰਗੇ ਮੈਂਬਰ ਫਿਰ ਮੀਡੀਆ ਦੇ ਵਿੱਚ ਬੋਲਦੇ ਨੇ, ਕਿਉਂਕਿ ਗੱਲ ਤਾਂ ਦੇਖੋ ਕਿਸੇ ਦੀ ਪਰਸਨਲ ਜਗੀਰ ਤਾਂ ਹੈ ਨਹੀਂ, ਇਹ ਕੌਮ ਦਾ ਪੈਸਾ ਹੈ, ਕੌਮ ਦੇ ਗੁਰਦੁਆਰੇ, ਸਾਨੂੰ ਕੌਮ ਨੇ ਜੇ ਚੁਣ ਕੇ ਭੇਜਿਆ ਹੈਗਾ ਤੇ ਸਾਨੂੰ ਚੌਕੀਦਾਰ ਬਣਾ ਕੇ ਤੇ ਸਾਡੀਆਂ ਕੋਈ ਜ਼ਿੰਮੇਵਾਰੀਆਂ। ਔਰ ਮੈਂ ਸਮਝਦੀ ਹਾਂ ਜਦ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਹਾਊਸ ਦੀ ਜਿਹੜੀ ਫੰਕਸ਼ਨਿੰਗ ਹੈ ਉਹ ਇਸ ਤਰ੍ਹਾਂ ਨਹੀਂ ਹੋ ਜਾਂਦੀ ਜਿਸ ਤਰ੍ਹਾਂ ਇੱਕ ਪਾਰਲੀਮੈਂਟ ਵਿੱਚ ਹੋ ਜਾਂਦੀ ਹੈ, ਤੇ ਅੱਜ ਕੱਲ੍ਹ ਇਹਨੂੰ ਪਾਰਲੀਮੈਂਟ ਕਹਿਣਾ ਵੀ ਗਲਤ ਹੈ। ਜੀ ਜੀ। ਅੱਛਾ, ਥੋੜ੍ਹਾ ਜਿਹਾ ਸਮਝਾ ਸਕੋਗੇ ਕਿ ਚੇਂਜਿਸ ਕਿਹੜੀਆਂ ਤੁਸੀਂ ਦੇਖੀਆਂ ਪਿਛਲੇ ਸਮੇਂ ਦੇ ਵਿੱਚ? ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੀਡੀਆ 'ਚ ਬਾਹਰ ਆਉਂਦੀਆਂ ਨੇ, ਉਹਨਾਂ ਤੋਂ ਕਈ ਵਾਰ ਕੁਝ ਗੱਲਾਂ ਅੰਦਾਜ਼ੇ ਲਾਏ ਜਾਂਦੇ ਆ, ਜਾਂ ਕਈ ਵਾਰ ਇਹ ਕਿਹਾ ਜਾਂਦਾ ਕਿ ਜੀ ਮੀਡੀਆ ਇਹਨਾਂ ਗੱਲਾਂ ਨੂੰ ਵਧਾ ਚੜ੍ਹਾ ਕੇ ਕਹਿ ਰਿਹਾ।
ਇਦਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਕਈ ਵਾਰ ਇਹ ਕਿਹਾ ਜਾਂਦਾ ਜੀ ਕਿ ਉਹ ਪਰਚੀ ਵਾਲਾ ਸਿਸਟਮ ਹੈ, ਕਈ ਵਾਰ ਇਹ ਕਿਹਾ ਜਾਂਦਾ ਜੀ ਕਿ ਉਹ ਤੋਂ ਧੱਕੇ ਮਾਰ ਕੇ ਬਾਹਰ ਕੱਢਣ ਵਾਲੀ ਗੱਲ ਹੋ ਜਾਂਦੀ ਹੈ, ਜਾਂ ਬਹੁਤ ਸਾਰੇ SGPC ਮੈਂਬਰ ਸਾਹਿਬਾਨ ਦੇ ਬਾਰੇ 'ਚ ਇਹ ਵੀ ਕਿਹਾ ਜਾਂਦਾ ਕਿ ਉਹ ਤਾਂ ਬਸ ਉਹ ਪਪੇਟ ਦੀ ਤਰ੍ਹਾਂ ਉਹਨਾਂ ਨੇ ਮੌਕੇ ਦੇ ਉੱਪਰ ਹਾਜ਼ਰੀ ਲਾਉਣੀ ਹੈ ਤੇ ਉਸ ਤੋਂ ਬਾਅਦ ਆਪਣੀ ਕਾਰਵਾਈ ਪਾ ਕੇ ਤੇ ਚਲੇ ਜਾਣਾ। ਕੀ ਇਸੇ ਤਰ੍ਹਾਂ ਹੀ ਆ ਜੀ? ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਜਦੋਂ ਸਾਲ ਦੇ ਵਿੱਚ ਸਿਰਫ 2 ਇਜਲਾਸ ਹੋਣੇ, ਇੱਕ ਪ੍ਰਧਾਨਗੀ ਚੋਣ ਵਾਸਤੇ, ਇੱਕ ਬਜਟ ਵਾਸਤੇ, ਜੀ ਔਰ ਪਾਰਟੀ ਪੱਧਰ ਦੇ ਉੱਪਰ ਕਈ ਵਾਰ ਇਹ ਗੱਲ ਹੋਈ ਹੈ ਕਿ ਘੱਟੋ ਘੱਟ 2-3 ਇਜਲਾਸ ਹੋਰ ਹੋਣੇ ਚਾਹੀਦੇ ਨੇ, ਤਾਂ ਕਿ ਸਾਡਾ ਨਿਯਮ ਵੀ ਇਹੀ ਕਹਿੰਦੇ ਜੀ ਕਿ ਬਕਾਇਦਾ ਮੈਂਬਰਸ ਦਾ ਇਜਲਾਸ ਹੋਣੇ ਚਾਹੀਦੇ ਨੇ, ਜਿਹਦੇ ਵਿੱਚ ਕਿ ਉਹ ਜਿਹੜੀਆਂ ਸੰਬੰਧਿਤ ਮਸਲੇ ਹਨ ਉਹਨਾਂ ਦੇ ਇਲਾਕਿਆਂ ਦੇ, ਉਹ ਵਿਚਾਰੇ ਜਾਣ। ਕਿਉਂਕਿ ਗੱਲ ਤਾਂ ਹਰ ਇੱਕ ਨੇ ਧਾਰਮਿਕ ਹੀ ਕਰਨੀ ਹੈਗੀ ਹੈ, ਤੇ ਜਿਹੜੇ ਇਹ ਮਸਲੇ ਨੇ ਇਹਨਾਂ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ, ਪਰ ਅਜਿਹਾ ਨਹੀਂ ਹੋ ਰਿਹਾ ਕਿਉਂਕਿ ਬਹੁਤ ਮੈਂਬਰ ਐਸੇ ਨੇ ਜਿਹੜੇ ਕਿ ਮੈਂਬਰ ਬਣ ਕੇ ਤੇ ਉਹਨਾਂ ਦੀ ਮੈਂਬਰੀ ਦਾ ਪੀਰੀਅਡ ਵੀ ਖਤਮ ਹੋ ਜਾਂਦਾ ਤੇ ਹਾਲੇ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਵੀ ਇਹ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਚੱਲਦਾ ਕਿਵੇਂ ਹੈ। ਜੀ ਬਿਲਕੁਲ, ਕਿਉਂਕਿ ਇੰਟਰੈਕਸ਼ਨ ਨਹੀਂ ਹੈ, ਇੰਟਰੈਕਸ਼ਨ ਨਾ ਹੋਣ ਕਰਕੇ ਪਤਾ ਨਹੀਂ ਲੱਗਦਾ। ਹੁਣ ਜਿਹੜੇ ਤਾਂ ਲੋਕਲ ਮੈਂਬਰ ਹਨ, ਜਿੱਥੇ ਹੈੱਡ ਆਫਿਸ ਹੈ ਜਾਂ ਜਿੱਥੇ ਵੱਡੇ ਗੁਰਦੁਆਰੇ ਨੇ, ਉਹਦੇ ਦੇ ਲੋਕਲ ਮੈਂਬਰ ਜਿਹੜੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਲੱਗਦਾ ਹੈ। ਜਿਹੜੇ ਗੁਰਦੁਆਰਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਘੱਟ ਐਕਟੀਵਿਟੀ ਹੈ, ਉਹ ਜ਼ਿਆਦਾਤਰ ਮੈਂਬਰਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ। ਔਰ ਇਹ ਵੀ ਗੱਲ ਹੈ ਕਿ ਬਹੁਤ ਮੈਂਬਰ ਐਸੇ ਹਨ ਜਿਨ੍ਹਾਂ ਨੂੰ ਮਰਿਆਦਾ ਦਾ ਵੀ ਬਹੁਤੀ ਜਾਣਕਾਰੀ ਨਹੀਂ ਹੁੰਦੀ, ਉਹ ਆਪਣੀ ਸੋਚ ਦੇ ਨਾਲ ਆਉਂਦੇ ਨੇ, ਤੇ ਕਾਫੀ ਮੈਂਬਰ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕਿ ਜਿਹੜੀ ਪੰਥ ਪ੍ਰਵਾਨਿਤ ਮਰਿਆਦਾ ਹੈ ਉਹਦੇ ਬਾਰੇ, ਹੋਰ ਗੱਲਾਂ ਬਾਰੇ ਨਹੀਂ ਜਾਣਕਾਰੀ ਹੁੰਦੀ। ਅੱਛਾ ਬੀਬੀ ਜੀ, ਇੱਕ ਗੱਲ ਮੈਂ ਤੁਹਾਡੇ ਕੋਲੋਂ ਜ਼ਰੂਰ ਸਮਝਣੀ ਚਾਹੁੰਦਾ, ਜਦੋਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦੀ ਗੱਲ ਕਰਦੇ ਹਾਂ, ਕਿਉਂਕਿ ਬਹੁਤ ਵੱਡੀ ਗਿਣਤੀ ਹੈ ਮੈਂਬਰ ਸਾਹਿਬਾਨਾਂ ਦੀ, ਤੇ ਥੋੜ੍ਹਾ ਜਿਹਾ ਸਮਝਾਓ ਕਿ ਇੱਕ ਮੈਂਬਰ ਦੇ ਕੋਲ ਕਿਹੜੀਆਂ-ਕਿਹੜੀਆਂ ਪਾਵਰਾਂ ਹੁੰਦੀਆਂ ਨੇ, ਕਿਹੜੀਆਂ-ਕਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਤੇ ਖਾਸ ਕਰਕੇ ਇਹ ਵੀ ਮੈਂ ਸ਼ਾਇਦ ਜਿਵੇਂ ਤੁਸੀਂ ਦਰੁਸਤ ਕਰਿਓ ਜੇ ਮੈਂ ਗਲਤ ਹੋਵਾਂ, ਕਿ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਹੈ ਆਪਣੇ ਏਰੀਏ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਵੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ, ਜਿਹੜੀ ਕਿ ਇੱਕ ਮੁੱਖ ਜ਼ਿੰਮੇਵਾਰੀ ਸਮਝੀ ਜਾਂਦੀ ਹੈ। ਇਹ ਕਿੰਨੇ ਕੁ ਮੈਂਬਰ ਸਾਹਿਬਾਨ ਇਹ ਨਿਭਾਉਂਦੇ ਨੇ, ਜਾਂ ਜਿਹੜੇ ਵੀ ਕੰਮ ਤੁਸੀਂ ਥੋੜ੍ਹੇ ਜਿਹੇ ਦੱਸੋਗੇ ਕਿ ਕਿਹੜੇ-ਕਿਹੜੇ ਕੀਤੇ ਜਾਂਦੇ ਨੇ, ਤੇ ਉਹਨਾਂ ਦੇ ਵਿੱਚ ਜਾਂ ਤਾਂ ਹੇਰ-ਫੇਰ ਹੁੰਦਾ ਜਾਂ ਫਿਰ ਉਹ ਨਹੀਂ ਕੀਤੇ ਜਾਂਦੇ, ਇਹਦੇ ਬਾਰੇ ਥੋੜ੍ਹਾ ਜਿਹਾ। ਸ਼੍ਰੋਮਣੀ ਕਮੇਟੀ ਦਾ ਮੈਂਬਰ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦਾ ਇੱਕ ਟਰਸਟੀ ਹੈ ਜੀ। ਸੋ ਇੱਕ ਟਰਸਟੀ ਹੁੰਦੇ ਹੋਏ ਉਹਦੀਆਂ ਕੋਈ ਰੈਗੂਲਰ ਡਿਊਟੀਆਂ ਨਹੀਂ ਹੁੰਦੀਆਂ ਜੀ। ਔਰ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਦਾ ਕੰਮ ਧਰਮ ਪ੍ਰਚਾਰ ਵੀ ਨਹੀਂ ਹੈ ਜੀ। ਕਿਉਂਕਿ ਧਰਮ ਪ੍ਰਚਾਰ ਉਹਨੇ ਕਰਨਾ ਹੈ ਜਿਹਨੂੰ ਇਹਦੀ ਜਾਣਕਾਰੀ ਹੋਏਗੀ, ਜਿਹੜਾ ਕੁਆਲੀਫਾਈਡ ਹੋਏਗਾ, ਔਰ ਉਹ ਕੰਮ ਸਾਡੇ ਪ੍ਰਚਾਰਕਾਂ ਦਾ ਹੁੰਦਾ ਹੈ ਜਿਨ੍ਹਾਂ ਨੇ ਬਕਾਇਦਾ ਟ੍ਰੇਨਿੰਗ ਲਈ ਹੁੰਦੀ ਹੈ, ਜਿਹਨੂੰ ਸਮਝ ਹੁੰਦੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਦਾ ਕੰਮ ਇਹ ਹੁੰਦਾ ਹੈ ਕਿ ਜਿਸ ਇਲਾਕੇ ਦੇ ਵਿੱਚੋਂ ਅਸੀਂ ਚੁਣ ਕੇ ਆਉਂਦੇ ਹਾਂ, ਉਸ ਇਲਾਕੇ ਦੇ ਵਿੱਚ ਸਥਿਤ ਜਿਹੜੇ ਗੁਰਦੁਆਰੇ ਨੇ ਉਹਨਾਂ ਦੀਆਂ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਹੁੰਦੀਆਂ ਜੋ ਸਮਾਂ ਕੱਢ ਕੇ ਜਾਈਦਾ। ਹੁਣ ਜਿਸ ਤਰ੍ਹਾਂ ਗੋਲਕ ਦੀ ਗਿਣਤੀ ਹੈ, ਗੋਲਕ ਦੀ ਗਿਣਤੀ ਵਾਸਤੇ ਸਬ ਕਮੇਟੀ ਮੈਂਬਰਾਂ ਦੀ ਹੁੰਦੀ ਹੈ, ਔਰ ਉਹਨਾਂ ਦੀ ਹਾਜ਼ਰੀ ਵਿੱਚ ਗੋਲਕ ਗਿਣੀ ਜਾਂਦੀ ਹੈ, ਖੁੱਲਦੀ ਵੀ ਹੈ, ਗਿਣੀ ਵੀ ਜਾਂਦੀ ਹੈ, ਔਰ ਬਕਾਇਦਾ ਉਸੇ ਸਥਾਨ ਦੇ ਉੱਪਰ ਅਕਾਊਂਟ ਕਰਕੇ ਤੇ ਬੈਂਕ ਨੂੰ ਪੈਸੇ ਵੀ ਭੇਜ ਦਿੱਤੇ ਜਾਂਦੇ। ਫਿਰ ਗੁਰਦੁਆਰਿਆਂ ਨਾਲ ਸੰਬੰਧਿਤ ਜਾਇਦਾਦ ਹੁੰਦੀ ਹੈ, ਉਸ ਗੁਰਦੁਆਰੇ ਨਾਲ ਸੰਬੰਧਿਤ ਜੋੜ ਮੇਲੇ ਹੁੰਦੇ ਨੇ, ਜੋੜ ਮੇਲਿਆਂ ਦੇ ਪ੍ਰਬੰਧ ਕਿਸ ਤਰ੍ਹਾਂ ਜਾਇਦਾਦ ਦੀ ਜਿਹੜੀ ਉਹਦੇ ਕੋਈ ਮਸਲੇ ਹੁੰਦੇ ਨੇ ਉਹ ਸਬ ਕਮੇਟੀ ਵਿੱਚ ਵਿਚਾਰੇ ਜਾਂਦੇ ਨੇ, ਜਿਹੜੀ ਕਿ ਜਿਹੜੇ ਲੋਕਲ ਸ਼੍ਰੋਮਣੀ ਕਮੇਟੀ ਮੈਂਬਰ ਹੁੰਦੇ ਨੇ ਉਹਨਾਂ ਦੀ ਬਣੀ ਹੁੰਦੀ ਹੈ। ਫਿਰ ਉਹ ਜਿਹੜੇ ਲੋਕਲ ਸਬ ਕਮੇਟੀ ਮੈਂਬਰਸ ਹੁੰਦੇ ਨੇ ਉਹਨਾਂ ਦਾ ਜਿਹੜਾ ਮਤਾ ਉਸ ਗੁਰਦੁਆਰੇ ਸੰਬੰਧੀ ਹੁੰਦਾ, ਉਹ ਐਗਜ਼ੈਕਟਿਵ ਵਿੱਚ ਜਾ ਕੇ ਪ੍ਰਵਾਨ ਹੁੰਦਾ ਤੇ ਫਿਰ ਉਹ ਲਾਗੂ ਹੁੰਦਾ ਹੈ। ਜੇ ਕਿਸੇ ਗੁਰਦੁਆਰੇ ਦੇ ਵਿੱਚ ਕੋਈ ਰਿਕੁਆਇਰਮੈਂਟ ਹੈ, ਉਹ ਸਾਰੀ ਜਿਹੜੀ ਲੋਕਲ ਜਾਇਦਾਦ ਸਬ ਕਮੇਟੀ ਹੈ ਉਹ ਉਹਦੇ ਬਾਰੇ ਫੈਸਲਾ ਕਰਦੀ ਹੈ, ਜਾਂ ਜਦੋਂ ਕੌਮੀ ਮਸਲੇ ਆ ਜਾਂਦੇ ਨੇ ਉਹ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸਬ ਕਮੇਟੀਆਂ ਬਣਾਈਆਂ ਜਾਂਦੀਆਂ ਨੇ, ਉਹਦੇ ਵਿੱਚ ਫਿਰ ਮੈਂਬਰਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਨੇ। ਸੋ ਇਸ ਤਰ੍ਹਾਂ ਪਰਟੀਕੂਲਰ ਨਹੀਂ ਹੁੰਦਾ ਕਿ ਇੱਕ ਮੈਂਬਰ ਦੀ ਇਹ ਡਿਊਟੀ ਹੈ, ਉਹਨੇ ਇਹ ਕਰਨਾ ਹੈ। ਇਹ ਸਾਰਾ ਕਿਉਂਕਿ ਵੋਲੰਟਰੀ ਹੈ, ਇਹ ਤੁਸੀਂ ਨਾ ਤੁਹਾਨੂੰ ਤਨਖਾਹ ਮਿਲਣੀ ਹੈ ਇਹਦੇ ਵਾਸਤੇ ਤੇ ਨਾ ਕੋਈ ਤੁਹਾਡੀ ਹਾਜ਼ਰੀ ਲੱਗਣੀ ਹੈ, ਹਾਜ਼ਰੀ ਇਨ ਦਾ ਸੈਂਸ ਕਿ ਵੀ ਮੁਲਾਜ਼ਮਾਂ ਵਾਂਗ ਜਿਸ ਤਰ੍ਹਾਂ ਤੁਸੀਂ ਰੂਟੀਨ ਦੇ ਵਿੱਚ ਜਾ ਰਹੇ ਹੋ ਉਸ ਤਰ੍ਹਾਂ ਨਹੀਂ ਹੈ। ਸੋ ਜਿਹੜਾ ਮਹੀਨੇ ਦੇ ਵਿੱਚ ਅਗਰ 1 ਦਿਨ ਦੀ ਗੋਲਕ ਹੈ ਜਾਂ 2 ਦਿਨ ਦੀ ਹੈ, ਜਾਂ ਜਾਇਦਾਦ ਦੀ ਮੀਟਿੰਗ ਆ ਗਈ 1 ਦਿਨ ਦੀ ਆ ਗਈ, ਜਾਂ 15 ਦਿਨਾਂ ਬਾਅਦ ਫਿਰ ਆ ਗਈ, ਬਸ ਅਜਿਹੇ ਕੰਮ ਹੁੰਦੇ। ਔਰ ਜਿਹੜੇ ਅਸਲ ਕੰਮ ਤਾਂ ਇਹ ਹੈ ਕਿ ਜਿਸ ਤਰ੍ਹਾਂ ਹੁਣ ਅੱਜ ਕੱਲ ਧਰਮ ਪਰਿਵਰਤਨ ਬਹੁਤ ਚੱਲਦਾ ਪਿਆ ਹੈਗਾ,
ਗਰਾਊਂਡ ਲੈਵਲ ਦੇ ਉੱਪਰ। ਚਾਹੀਦਾ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਇਸ ਮੁੱਦੇ ਉੱਪਰ ਮੀਟਿੰਗ ਕਰਕੇ ਮੈਂਬਰਾਂ ਦੀ ਰਾਏ ਲਵੇ ਵੀ ਦੱਸੋ ਤੁਹਾਡੇ ਗਰਾਊਂਡ ਲੈਵਲ ਤੇ ਹੁੰਦਾ ਕੀ ਪਿਆ, ਕਿਸ ਤਰ੍ਹਾਂ ਅਸੀਂ ਉਹਨੂੰ ਠੱਲ ਪਾ ਸਕਦੇ ਹਾਂ ਕਿ ਸਾਡੇ ਆਪਣੇ ਪਰਿਵਾਰਾਂ ਦੇ ਬੱਚੇ ਜਿਹੜੇ ਹੈਗੇ ਨੇ ਉਹ ਗੈਰ ਧਰਮ ਵਿੱਚ ਨਾ ਜਾਣ। ਸੋ ਜੋ ਮਸਲੇ ਸਾਡੇ ਗੱਲ ਕਰਨ ਵਾਲੇ ਨੇ ਉਹਦਾ ਸਮਾਂ ਨਹੀਂ ਦਿੱਤਾ ਜਾਂਦਾ, ਉਹ ਅਸੀਂ ਜਨਰਲ ਹਾਊਸ ਦੇ ਵਿੱਚ ਉਹਦੀ ਕੋਈ ਮੀਟਿੰਗ ਨਹੀਂ ਹੁੰਦੀ। ਸੋ ਮੈਂ ਸਮਝਦੀ ਹਾਂ ਜਿਹੜਾ ਅਸਲੀ ਕੰਮ ਇੱਕ ਗਰਾਊਂਡ ਲੈਵਲ ਤੇ ਸਿੱਖ ਨੂੰ ਸ਼੍ਰੋਮਣੀ ਕਮੇਟੀ ਨਾਲ ਜੋੜਨ ਦਾ ਜਿਹੜਾ ਕੰਮ ਹੈ ਉਹ ਸ਼੍ਰੋਮਣੀ ਕਮੇਟੀ ਮੈਂਬਰ ਕਰਦਾ ਹੈ। ਜੀ ਬੀਬੀ ਜੀ, ਤੁਸੀਂ ਜਿਵੇਂ ਮੈਨੂੰ ਦੱਸੀ ਗੱਲ ਤਾਂ ਮੈਂ ਇਹ ਸਮਝਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਥਾਂ ਤੇ ਨਹੀਂ ਜਾ ਸਕਦੀ, ਇਸ ਕਰਕੇ ਖੇਤਰ ਵਾਈਜ਼ ਇੱਕ ਮੈਂਬਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਇੱਕ ਨੁਮਾਇੰਦੇ ਦੇ ਤੌਰ ਦੇ ਉੱਪਰ ਉਹ ਸਾਰੀਆਂ ਚੀਜ਼ਾਂ ਦੀ ਨਿਗਰਾਨੀ ਕਰੇ। ਜੋ ਮੈਂ ਸਹੀ ਸਮਝ ਰਿਹਾ ਜੀ, ਇੱਦਾਂ ਹੀ ਹੈ ਨਾ ਜੀ? ਜੀ। ਤੇ ਇਹਦੇ 'ਚ ਜਿਹੜਾ ਪਿਛਲੇ ਸਮੇਂ ਦੇ ਵਿੱਚ ਹੁਣ ਵੀ ਜਥੇਦਾਰ ਸਾਹਿਬ, ਸਾਬਕਾ ਜਥੇਦਾਰ ਰਣਜੀਤ ਸਿੰਘ ਹੋਰਾਂ ਦੀ ਮੈਂ ਗੱਲ ਕਰ ਰਿਹਾ, ਉਹ ਕਈ ਵਾਰ ਇਲਜ਼ਾਮ ਲਾਉਂਦੇ ਨੇ ਕਿ ਜਿਹੜੀਆਂ ਗੁਰਦੁਆਰਾ ਸਾਹਿਬਾਨਾਂ ਦੀਆਂ ਜ਼ਮੀਨਾਂ ਨੇ ਉਹਨਾਂ ਦਾ ਠੇਕਾ ਖਾ ਲਿਆ ਜਾਂਦਾ ਜਾਂ ਉਹ ਵੱਧ ਘੱਟ ਕਰ ਲਿਆ ਜਾਂਦਾ, ਉਹਦੇ 'ਚੋਂ ਛਕ ਲਏ ਜਾਂਦੇ ਨੇ ਪੈਸੇ। ਜਾਂ ਜਿੱਦਾਂ ਤੁਸੀਂ ਜੋੜ ਮੇਲਿਆਂ ਦੀ ਗੱਲ ਕੀਤੀ, ਤੇ ਜੇ ਕਿਸੇ ਨੂੰ ਥਾਂ ਦੇਣਾ ਹੈ ਉੱਥੇ ਕੋਈ ਆਪਣੀ ਛੋਟੀ ਮੋਟੀ ਦੁਕਾਨ ਲਾਉਣ ਦੇ ਲਈ, ਉਹ ਵੀ ਕਈ ਵਾਰ ਖਾਤੇ 'ਚ ਰਿਕਾਰਡ 'ਚ ਨਹੀਂ ਪਾਈਆਂ ਜਾਂਦੀਆਂ ਚੀਜ਼ਾਂ, ਆਪਣੇ ਤੌਰ ਦੇ ਉੱਪਰ ਛਕ ਲਿਆ ਜਾਂਦਾ ਮਾਲ। ਇਹ ਸਾਰੇ ਮਸਲੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ 'ਚ ਨਹੀਂ ਆਉਂਦੇ ਜੀ? ਜਾਂ ਇਹ ਗੱਲਾਂ ਜੋ ਕਹੀਆਂ ਜਾਂਦੀਆਂ ਨੇ ਉਹ ਜਸਟ ਕਿਉਂਕਿ ਹੁਣ ਰਾਜਨੀਤੀ ਹੋ ਗਈ ਹੈ ਇਹਦੇ ਵਿੱਚ ਵੀ, ਉਹ ਵੀ ਜਸਟ ਵਿਰੋਧੀ ਧਿਰਾਂ ਵੱਲੋਂ ਰਾਜ ਕਰਦੀ ਧਿਰ ਦੇ ਉੱਪਰ ਇੱਕ ਤਰ੍ਹਾਂ ਦਾ ਇਲਜ਼ਾਮ ਹੀ ਹੈ ਜੀ? ਦੇਖੋ, ਆਪਣੇ ਨਿੱਜੀ ਪੱਧਰ ਦੇ ਉੱਪਰ ਅਗਰ ਕੋਈ ਬੇਈਮਾਨ ਹੋ ਜਾਂਦਾ ਤੇ ਇਹ ਗੱਲਾਂ ਹੁੰਦੀਆਂ, ਉਹ ਕਈ ਵਾਰ ਲਿਹਾਜ਼ ਵੀ ਕਈ ਵਾਰ ਪਾਲੇ ਜਾਂਦੇ ਹੈਗੇ। ਜੀ ਜੀ। ਸੋ ਇਹ ਗੱਲਾਂ ਹੁੰਦੀਆਂ ਤੇ ਇਹ ਗੱਲ ਨਹੀਂ ਕਿ ਨੋਟਿਸ ਵਿੱਚ ਨਹੀਂ ਆਂਦੀ, ਕਈ ਵਾਰ ਨੋਟਿਸ ਵਿੱਚ ਆਂਦੀਆਂ, ਉਹਨਾਂ ਤੇ ਐਕਸ਼ਨ ਵੀ ਲਿਆ ਜਾਂਦਾ ਹੈਗਾ। ਹੁਣ ਪਿਛਲੇ ਸਮਿਆਂ ਦੇ ਵਿੱਚ ਕਾਫੀ ਗੁਰਦੁਆਰਿਆਂ ਦੀ ਅਜਿਹੀਆਂ ਜਾਇਦਾਦਾਂ ਸੀ ਜਿਨ੍ਹਾਂ ਦੇ ਉੱਪਰ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ, ਫਿਰ ਕੋਰਟਾਂ ਵਿੱਚ ਜਾ ਕੇ ਤੇ ਸ਼੍ਰੋਮਣੀ ਕਮੇਟੀ ਨੇ ਉਹ ਜਗ੍ਹਾ ਛੁਡਾਈਆਂ। ਜੀ। ਸੋ ਬੜਾ ਕੁਝ ਹੁੰਦਾ ਹੈ, ਪਰ ਸਾਰਾ ਕੁਝ ਜਿਹੜਾ ਬਦਨੀਅਤੀ ਨਾਲ ਨਹੀਂ ਹੁੰਦਾ। ਕੋਈ ਇੱਕ ਵਿਅਕਤੀ ਕਿਸੇ ਲੈਵਲ ਦੇ ਉੱਪਰ ਅਗਰ ਬੇਈਮਾਨ ਹੋ ਜਾਂਦਾ ਹੈ, ਦੋ ਬੰਦੇ ਹੋਰ ਨਾਲ ਰਲਾ ਲੈਂਦਾ ਹੈ, ਤੇ ਪੂਰੀ ਸੰਸਥਾ ਨਹੀਂ ਬੇਈਮਾਨ ਹੋ ਜਾਂਦੀ। ਇਹਦੇ ਵਿੱਚ ਮੈਂ ਕਹਾਂਗੀ ਜੇ 20% ਬੇਈਮਾਨ ਬੰਦੇ ਹੈਗੇ ਤੇ 80% ਗੁਰੂ ਦਾ ਡਰ ਰੱਖਣ ਵਾਲੇ ਵੀ ਮੁਲਾਜ਼ਮ ਹਨ। ਬਿਲਕੁਲ ਸਹੀ। ਅੱਛਾ ਬੀਬੀ ਜੀ, ਇੱਕ ਚੀਜ਼ ਤੁਸੀਂ ਹੁਣੇ ਜ਼ਿਕਰ ਕੀਤਾ ਸੀ ਨਾ ਜੀ ਕਿ ਧਰਮ ਪਰਿਵਰਤਨ ਦਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੋਲਬਾਲਾ ਹੈ। ਉਹਦੇ 'ਚ ਆਪਾਂ ਨੂੰ ਨਾਮ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਅਲੱਗ-ਅਲੱਗ ਧਰਮਾਂ ਦੇ ਤੇ ਧਰਮਾਂ ਦੇ ਵਿੱਚੋਂ ਗਾ ਨਿਕਲੇ ਹੋਏ ਸਬ ਪਾਰਟ ਜਿਹੜੇ ਡੇਰੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਅਲੱਗ-ਅਲੱਗ ਖੇਤਰਾਂ ਦੇ ਵਿੱਚ, ਅਲੱਗ-ਅਲੱਗ ਟਾਈਮ 'ਤੇ ਆਪਾਂ ਦੇਖਦੇ ਹਾਂ। ਪਰ ਉਹ ਜਦੋਂ ਘੋਖਣ ਪੜਤਾਲਣ ਦੀ ਕੋਸ਼ਿਸ਼ ਕਰੀਦੀ ਹੈ ਤੇ ਵਿੱਚੋਂ ਨਿਕਲਦੀ ਗੱਲ ਇਹ ਹੈ ਕਿ ਵੀ ਬੰਦੇ ਜ਼ਰੂਰਤਾਂ ਦੇ ਬੱਝੇ ਨੇ। ਕਿਸੇ ਦਾ ਕੋਈ ਇਲਾਜ ਸੌਖਾ ਹੋ ਗਿਆ, ਕਿਸੇ ਦਾ ਕੋਈ ਘਰ ਪਰਿਵਾਰ ਸੀਗਾ ਉਹਦੇ ਲਈ ਕੋਈ ਹੈਲਪ ਕਰ ਦਿੱਤੀ, ਕਿਸੇ ਦੀ ਕੋਈ ਆਰਥਿਕ ਮਦਦ ਕਰ ਦਿੱਤੀ। ਉਹਨਾਂ ਵੱਲੋਂ ਇਹੋ ਜਿਹੀ ਮਦਦ ਜਾਂ ਇਹੋ ਜਿਹੇ ਲਾਲਚ ਜਾਂ ਕਿਸੇ ਦੀ ਬਾਂਹ ਫੜਨ ਵਾਲੀਆਂ ਕੀਤੀਆਂ ਗਈਆਂ ਕਾਰਵਾਈਆਂ ਦਾ ਕਰਕੇ ਲੋਕ ਹੌਲੀ-ਹੌਲੀ ਉੱਧਰ ਨੂੰ ਝੁਕ ਜਾਂਦੇ ਆ। ਪਰ ਜਦੋਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਸਮੇਂ ਜਿੱਦਾਂ ਕਰੋਨਾ ਵਾਇਰਸ ਦੇ ਮੌਕੇ 'ਤੇ ਆਪਾਂ ਦੇਖਿਆ ਸੀ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ 'ਚੋਂ ਜਿਹੜੀ ਰਸਦ ਆਉਣੀ ਸੀ ਜਾਂ ਲੋਕਾਂ ਦੇ ਲਈ ਲੰਗਰ ਜਾਣਾ ਸੀਗਾ, ਬਹੁਤ ਛੇਤੀ ਕਿਹਾ ਜਾਣ ਲੱਗ ਪਿਆ ਜੀ ਕਿ ਵੀ ਇੱਥੇ ਫਟਾਫਟ ਸੰਗਤ ਜਿਹੜੀ ਹੈ ਉਹ ਰਸਦਾਂ ਭੇਜੇ ਕਿਉਂਕਿ ਘਟ ਗਈਆਂ। ਇਹ ਥੋੜ੍ਹੀ ਜਿਹੀ ਗੱਲ ਸਮਝਾਓਗੇ ਕਿ ਕੀ ਵਾਕਿਆ ਹੀ ਇਸ ਤਰ੍ਹਾਂ ਹੈ ਜਾਂ ਪ੍ਰਬੰਧਨ ਦੇ ਵਿੱਚ ਫਰਕ ਹੈ ਜਾਂ ਫਿਰ ਉਹ ਡੇਰੇਦਾਰ ਜਾਂ ਜਿਹੜੇ ਬਾਕੀ ਧਰਮ ਪਰਿਵਰਤਨ ਵਾਲੇ ਬੰਦੇ ਉਹ ਜ਼ਿਆਦਾ ਵੱਡੇ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ? ਜਿੱਦਾਂ ਇੱਕ ਡੇਰਾ ਹੁੰਦਾ ਹੈ, ਜਿਹਦੀ ਇੱਕ ਨਿੱਜ ਇਨਵੋਲਵਡ ਹੁੰਦਾ ਹੈ, ਉਹ ਹਮੇਸ਼ਾ ਜ਼ਿਆਦਾ ਦਿਲਚਸਪੀ ਲੈਂਦਾ ਹੈ ਤੇ ਸੰਸਥਾ ਜਿਹੜੀ ਹੁੰਦੀ ਹੈ, ਸੰਸਥਾ ਦਾ ਉਸ ਤਰ੍ਹਾਂ ਦਾ ਵੱਲੀ ਵਾਰਸ ਨਹੀਂ ਹੁੰਦਾ ਜਿਸ ਤਰ੍ਹਾਂ ਇੱਕ ਇੰਡੀਵਿਜੂਅਲ ਡੇਰੇ ਦਾ ਹੁੰਦਾ ਹੈ। ਜੀ ਜੀ। ਸੋ ਅਗਰ ਤੁਸੀਂ ਦੇਖੋ, ਮੈਂ ਇੱਕ ਛੋਟੀ ਜਿਹੀ ਮਿਸਾਲ ਦਿਆਂਗੀ। ਹੁਣ ਇੱਥੇ ਸਾਡੇ ਨੇੜੇ ਇੱਕ ਹਸਪਤਾਲ ਹੈ, ਵੱਡੇ ਡੇਰੇ ਦਾ ਹਸਪਤਾਲ ਹੈ, ਤੇ ਲੋਕ ਬੜੀ ਤਾਰੀਫ ਕਰਦੇ ਨੇ ਜੀ ਉੱਥੇ ਤੁਸੀਂ ਜਾਓ ਜੀ, ਤੁਹਾਨੂੰ ਇਮੀਡੀਏਟਲੀ ਅਟੈਂਡ ਕਰਦੇ ਨੇ, ਤੁਹਾਨੂੰ ਇਲਾਜ ਤੁਹਾਡਾ ਮੁਫਤ ਕਰਦੇ ਹੈਗੇ ਜੀ। ਇੰਨੀ ਗੱਲ ਤਾਂ ਚਲੋ ਸਹੀ ਹੈ, ਪਰ ਅਗਲੀ ਜਿਹੜੀ ਗੱਲ ਹੈ ਕਿ ਕਰਦੇ ਸਿਰਫ ਉਹਨਾਂ ਦਾ ਜਿਹੜਾ ਇੱਕ ਪਾਰਟਿਕੂਲਰ ਉਸ ਇਲਾਕੇ ਦੇ ਲੋਕ ਆਉਂਦੇ। ਜੀ ਜੀ। ਜਦੋਂ ਤੁਸੀਂ ਸੀਮਤ ਲੋਕਾਂ ਦੇ ਵਾਸਤੇ ਕੰਮ ਕਰਦੇ ਹੋ ਤੇ ਤੁਹਾਡੇ ਕੋਲੋਂ ਸਾਧਨਾਂ ਦੀ ਕਮੀ ਨਹੀਂ ਹੁੰਦੀ। ਪਰ ਹੁਣ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਹਸਪੀਟਲ ਜਾਂ ਮੈਡੀਕਲ ਕਾਲਜ ਚੱਲਦਾ ਹੈ, ਉੱਥੇ ਜਿਹੜੇ ਹੁਣ ਮਰੀਜ਼ ਆਉਂਦੇ ਨੇ ਉਹ ਤਾਂ ਸਾਰੇ ਪੰਜਾਬ ਤੋਂ ਆ ਰਹੇ ਹੈਗੇ ਨੇ, ਹਰ ਜਗ੍ਹਾ ਤੋਂ ਆ ਰਹੇ ਨੇ, ਅਸੀਂ ਕਿਸੇ ਨੂੰ ਨਹੀਂ ਮੋੜਦੇ ਜੀ। ਸੋ ਇਹ ਜਿਹੜੀਆਂ ਬਰੀਕੀਆਂ ਹੁਣ ਜਦੋਂ ਤੁਸੀਂ ਇੱਕ ਸੀਮਤ ਨੰਬਰ ਪੇਸ਼ੈਂਟਸ ਦੀ ਸੇਵਾ ਕਰਦੇ ਹੋ, ਤੁਹਾਡਾ ਸੀਮਤ ਖਰਚਾ ਹੈ ਜੀ, ਔਰ ਜਦੋਂ ਤੁਹਾਡਾ ਦਰਵਾਜ਼ਾ ਹਰ ਇੱਕ ਲਈ ਖੁੱਲ੍ਹਾ ਹੈ ਤੇ ਤੁਹਾਡੇ ਖਰਚੇ ਵੀ ਉਸੇ ਤਰ੍ਹਾਂ ਖੁੱਲ੍ਹੇ ਹੋਣਗੇ ਤੇ ਫਿਰ ਤੁਸੀਂ ਸਾਰਾ ਕੁਝ ਗੁਰਦੁਆਰੇ ਵੱਲੋਂ ਨਹੀਂ ਕਰ ਸਕਦੇ। ਕਿਤੇ ਨਾ ਕਿਤੇ ਤੁਹਾਨੂੰ ਫੀਸ ਵੀ ਚਾਰਜ ਕਰਨੀ ਪਏਗੀ, ਜਿਹੜੇ ਤੁਸੀਂ ਟੈਸਟ ਕਰਾਉਂਦੇ ਹੋ ਉਹ ਵੀ ਚਾਰਜ ਕਰਨੇ ਪੈਣਗੇ।
ਇਹ ਸੋ ਤੁਸੀਂ ਇਹ ਨਹੀਂ ਸਮਝਣਾ ਚਾਹੀਦਾ ਕਿ ਇੱਕ ਡੇਰਾ ਮੁਫਤ ਕਰ ਰਿਹਾ ਜੀ, ਸ਼੍ਰੋਮਣੀ ਕਮੇਟੀ ਕਿਉਂ ਨਹੀਂ ਕਰ ਰਹੀ, ਤੇ ਪਰ ਅੰਡਰਲਾਈਨ ਜਿਹੜੀਆਂ ਗੱਲਾਂ ਉਹ ਵੀ ਵਾਚਣੀਆਂ ਚਾਹੀਦੀਆਂ, ਦੇਖਣੀਆਂ ਚਾਹੀਦੀਆਂ ਹੈਗੀਆਂ। ਮੈਂ ਸਮਝ ਗਿਆ। ਨਹੀਂ ਜਿੱਥੇ ਇਹ ਬੀਬੀ ਜੀ, ਮੈਂ ਨਾ ਇਹ ਸਵਾਲ ਤੁਹਾਨੂੰ ਸਾਰੇ ਤਾਂ ਕਰ ਰਿਹਾ ਸੀ ਕਿਉਂਕਿ ਇਹ ਉਹ ਪ੍ਰਭਾਵ ਨੇ ਜਿਹੜੇ ਆਮ ਲੋਕਾਂ ਦੇ ਵਿੱਚ ਗਏ, ਤੇ ਸਾਨੂੰ ਇਹ ਸੀ ਕਿ ਵੀ ਕਿਉਂਕਿ ਤੁਸੀਂ ਜ਼ਿੰਮੇਵਾਰ ਮੈਂਬਰ ਹੋ, ਤੁਸੀਂ ਥੋੜਾ ਜਿਹਾ ਕਲੀਅਰ ਕਰ ਸਕਦੇ ਹੋ। ਜਿਵੇਂ ਹੁਣ ਤੁਸੀਂ ਆਹ ਗੱਲ ਕਲੀਅਰ ਕੀਤੀ, ਹੋ ਸਕਦਾ ਕਿ ਆਮ ਲੋਕਾਂ ਤੱਕ ਉਹ ਗੱਲ ਉਸ ਤਰ੍ਹਾਂ ਨਾ ਪਹੁੰਚੀ ਹੋਵੇ ਪਹਿਲਾਂ। ਇੱਕ ਚੀਜ਼ ਮੈਂ ਤੁਸੀਂ ਆਪਣਾ ਗੁਰੂ ਰਾਮਦਾਸ ਹਸਪੀਟਲ ਦੀ ਗੱਲ ਕੀਤੀ, ਤਾਂ ਪਿਛਲੇ ਦਿਨਾਂ ਦਾ ਇੱਕ ਉੱਥੇ ਵੀ ਇੱਕ ਰੌਲਾ ਹੈ, ਉਹ ਵੀ ਪੋਲੀਟੀਕਲ ਹੋ ਗਿਆ ਜੀ, ਕੋਈ ਡਾਕਟਰ ਦਾ ਕਿ ਉਹ ਪੈਸੇ ਬਹੁਤ ਮੰਗਦਾ ਜੀ, ਇਹ ਉਹ, ਤੇ ਲੋਕ ਵੀ ਇਤਰਾਜ਼ ਕਰਦੇ ਨੇ ਕਿ ਜੀ ਪੈਸੇ ਬਹੁਤ ਮੰਗੇ ਜਾਂਦੇ। ਤੁਹਾਨੂੰ ਨਹੀਂ ਲੱਗਦਾ ਕਿ ਜੇ ਚੈਰੀਟੇਬਲ ਹਸਪੀਟਲ ਹੈ ਜਾਂ ਇੱਕ ਸੰਸਥਾ ਵੱਲੋਂ ਚਲਾਇਆ ਜਾਂਦਾ ਹਸਪੀਟਲ, ਤਾਂ ਫਿਰ ਮੇਰੇ ਖਿਆਲ ਨਾਲ ਪ੍ਰਾਈਵੇਟ ਹਸਪੀਟਲ ਜਾਂ ਦੂਸਰੇ ਹਸਪਤਾਲਾਂ ਨਾਲੋਂ ਉਹਨਾਂ ਦੇ ਰੇਟ ਤਾਂ ਘੱਟ ਹੋਣੇ ਚਾਹੀਦੇ ਕਿ ਨਹੀਂ ਜੀ? ਬਿਲਕੁਲ ਹੋਣੇ ਚਾਹੀਦੇ ਨੇ ਜੀ। ਜਦੋਂ ਗੁਰੂ ਰਾਮਦਾਸ ਦੇ ਨਾਂ ਤੇ ਇੱਕ ਚੈਰੀਟੇਬਲ ਹਸਪੀਟਲ ਚੱਲਦਾ ਹੈ ਤੇ ਉਹਦੇ ਰੇਟ ਵਾਜਬ ਹੀ ਹੋਣੇ ਚਾਹੀਦੇ ਨੇ। ਜੀ ਔਰ ਅਗਰ ਤੁਸੀਂ ਹਸਪਤਾਲ ਜਾਓਗੇ ਤੇ ਜਿਹੜੇ ਪ੍ਰਾਈਵੇਟ ਹਸਪੀਟਲਸ ਹਨ ਉਹਨਾਂ ਨਾਲੋਂ ਰੇਟ ਘੱਟ ਹੀ ਹਨ। ਪਰ ਇਹ ਦੇਖੋ ਕਿ ਇਸ ਹਸਪੀਟਲ ਦੇ ਵਿੱਚ ਕੋਈ ਬਾਹਰੋਂ ਏਡ ਨਹੀਂ ਆ ਰਹੀ। ਸਰਕਾਰੀ ਹਸਪਤਾਲ ਨਹੀਂ ਹੈ ਕਿ ਵੀ ਸਰਕਾਰ ਵੱਲੋਂ ਤਨਖਾਹਾਂ ਆ ਜਾਣੀਆਂ। ਜੀ ਜੇ ਜੀ, ਡਾਕਟਰ ਤੁਸੀਂ ਉਨੀਆਂ ਤਨਖਾਹਾਂ ਤੇ ਹੀ ਰੱਖਦੇ ਹੋ ਜਿੰਨੀਆਂ ਸਰਕਾਰੀ ਤਨਖਾਹਾਂ ਹਨ, ਤੇ ਉਹਨਾਂ ਦੀਆਂ ਤਨਖਾਹਾਂ ਵੀ ਤਾਂ ਨਿਕਲਣੀਆਂ। ਬਿਲਕੁਲ ਹੋਰ ਸਹੀ। ਸਟਾਫ, ਪੈਰਾਫਰਨੇਲੀਆ, ਜੋ ਕੁਝ ਹੈ, ਜਦੋਂ ਤੁਸੀਂ ਉਹਨਾਂ ਸਾਰਿਆਂ ਦੇ ਖਰਚੇ ਕੱਢਣੇ ਹੈਗੇ ਨੇ, ਤੇ ਕਿਤੇ ਨਾ ਕਿਤੇ ਤਾਂ ਫੀਸ ਲੱਗੇਗੀ ਨਾ। ਕਿ ਕਿੰਨੀ ਦੇਰ ਗੁਰੂ ਰਾਮਦਾਸ ਜੀ ਦੇ ਦਰ ਤੇ ਦਰਬਾਰ ਸਾਹਿਬ ਤੋਂ ਪੈਸਾ ਲੈ ਕੇ ਤੇ ਇਹ ਕੰਮ ਚੱਲੇਗਾ। ਬਿਲਕੁਲ ਸਹੀ ਗੱਲ। ਅੱਛਾ ਬੀਬੀ ਜੀ, ਮੈਂ ਇਹ ਜ਼ਰੂਰ ਚਾਹੁੰਦਾ ਕਿ ਤੁਸੀਂ ਸਾਡੇ ਇਸ ਪਲੇਟਫਾਰਮ ਤੋਂ ਦੱਸੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹੜੇ-ਕਿਹੜੇ ਐਸੇ ਕੰਮ ਨੇ ਜਿਹੜੇ ਕਿ ਵਾਕਈ ਕਾਬਲੇ ਤਾਰੀਫ ਕੀਤੇ ਜਾ ਰਹੇ ਨੇ ਜਾਂ ਆਉਣ ਵਾਲੇ ਸਮੇਂ 'ਚ ਕੀਤੇ ਜਾਣਗੇ, ਜਾਂ ਜੋ ਤੁਹਾਡੇ ਨੋਟਿਸ 'ਚ ਨੇ? ਕਿਉਂਕਿ ਇਹ ਜਿਹੜਾ ਪ੍ਰਭਾਵ ਹੈ ਕਿ SGPC ਤਾਂ ਇੱਕ ਕਬਜ਼ਾ ਹੋ ਗਿਆ, ਗਲਬਾ ਹੋ ਗਿਆ ਜੀ, ਉਸ ਤੋਂ ਬਾਅਦ ਉੱਤੋਂ ਛਕਿਆ ਛਕਾਇਆ ਜਾ ਰਿਹਾ, ਉਹ ਕਿਤੇ ਵੀ ਕੋਈ ਮਦਦ ਹੈਲਪ ਨਹੀਂ ਕਰ ਰਹੇ। ਤਾਂ ਮੈਂ ਚਾਹੁੰਦਾ ਕਿ ਆਪਾਂ ਜਿਹੜੇ ਕੋਈ ਪੋਜ਼ੀਟਿਵ ਪੱਖ ਹੈ ਉਹ ਜ਼ਰੂਰ ਲੋਕਾਂ ਦੇ ਸਨਮੁਖ ਰੱਖੀਏ ਜੀ। ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਇੱਥੇ ਜਿਹੜੇ ਸਾਡੇ ਕੋਲ ਜਿੰਨੇ ਰਿਸੋਰਸਿਸ ਹਨ ਉਹਨਾਂ ਦੀ ਮਿਸਮੈਨੇਜਮੈਂਟ ਹੈ। ਜੀ ਨਹੀਂ ਤਾਂ ਤੁਸੀਂ ਦੇਖੋ ਕਿ ਸ਼੍ਰੋਮਣੀ ਕਮੇਟੀ ਨੇ ਪਿਛਲੇ ਸਮਿਆਂ ਦੇ ਵਿੱਚ ਮੈਡੀਕਲ ਕਾਲਜ, ਡੈਂਟਲ ਕਾਲਜ, ਇੰਜੀਨੀਅਰਿੰਗ ਕਾਲਜ ਔਰ ਕਿੰਨੇ ਪ੍ਰੋਫੈਸ਼ਨਲ ਕਾਲਜਸ, ਕਿੰਨੇ ਨਵੇਂ ਸਕੂਲ ਖੋਲੇ। ਜੀ ਸਾਰਾ ਐਜੂਕੇਸ਼ਨਲ ਇੰਨੇ ਇੰਸਟੀਟਿਊਸ਼ਨਸ ਖੋਲ੍ਹਣੇ, ਔਰ ਬਕਾਇਦਾ ਇਸ ਤੋਂ ਇਲਾਵਾ ਜਿਹੜੇ ਸਾਡੇ ਪ੍ਰਚਾਰਕ ਤਿਆਰ ਹੋ ਰਹੇ ਜੀ ਜੀ ਹਰ, ਔਰ ਉਹਨਾਂ ਤੋਂ ਚਾਰਜ ਸ਼੍ਰੋਮਣੀ ਕਮੇਟੀ ਆਪ ਇਨਵੈਸਟਮੈਂਟ ਕਰਕੇ ਤੇ ਉਹ ਪ੍ਰਚਾਰਕ, ਰਾਗੀ ਸਿੰਘ, ਇਹਨਾਂ ਸਭ ਨੂੰ ਤਿਆਰ ਕਰ ਰਹੀ ਹੈ। ਸੋ ਕੰਮ ਇਹ ਨਹੀਂ ਕਿ ਕੰਮ ਹੋਇਆ ਨਹੀਂ। ਪ੍ਰਚਾਰ ਦੇ ਖੇਤਰ ਦੇ ਵਿੱਚ ਤੁਸੀਂ ਦੇਖੋ ਗਰਾਊਂਡ ਲੈਵਲ ਦੇ ਉੱਪਰ ਸਾਡੇ ਪ੍ਰਚਾਰਕ ਕਾਫੀ ਮਿਹਨਤ ਕਰ ਰਹੇ, ਕਾਫੀ ਕੰਮ ਕਰ ਰਹੇ ਹੈਗੇ। ਪਰ ਅਗੇਨ ਉਹੀ ਗੱਲ ਆ ਜਾਂਦੀ ਹੈ ਨਾ, ਇੱਕ ਵਿਅਕਤੀ ਵਿਸ਼ੇਸ਼ ਹੁੰਦਾ ਹੈ, ਉਹ ਆਪਣਾ ਨਾਲ PR ਕਰਦਾ ਹੈ। ਜੀ ਤੇ ਜਦੋਂ ਇੱਕ ਸੰਸਥਾ ਹੈ, ਉਹ ਸੰਸਥਾ ਆਪਣੀਆਂ ਡਿਊਟੀਆਂ ਨਿਭਾਈ ਜਾ ਰਹੀ ਹੈ, ਉਹ ਆਪਣੀ PR ਨਹੀਂ ਕਰ ਰਹੀ। ਜੀ ਪਰ ਉਹ ਸੰਸਥਾ ਵਿੱਚ ਜਿਹੜੇ ਬੇਈਮਾਨ ਬੰਦੇ ਹੈਗੇ ਨੇ, ਔਰ ਉਹਨਾਂ ਕਰਕੇ ਜੇ ਸੰਸਥਾ ਦੀ ਬਦਨਾਮੀ ਵੀ ਹੁੰਦੀ ਹੈ। ਜੀ ਔਰ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿ ਇੱਕ ਇਨਸਾਨੀ ਫਿਤਰਤ ਵੀ ਹੁੰਦੀ ਹੈ ਕਿ ਜਿਹਦੇ ਵਾਸਤੇ ਤੁਸੀਂ ਕੋਈ ਮਾੜੀ ਗੱਲ ਕਹਿੰਦੇ ਹੋ, ਅਗਲਾ ਫਟ ਸੱਚ ਸਮਝ ਲੈਂਦਾ। ਜੇ ਕਿਸੇ ਦੀ ਸੱਚੀ ਗੱਲ ਦੱਸੋ ਤੇ ਅਗਲਾ ਕਹਿੰਦਾ ਵਿਚਾਰਾਂਗੇ ਜੀ, ਪੜਤਾਲ ਕਰ ਲਈਏ। ਬਿਲਕੁਲ ਸਹੀ। ਅੱਛਾ ਬੀਬੀ, ਮੈਂ ਜ਼ਰੂਰ ਚਾਹੁੰਦਾ ਕਿ ਤੁਸੀਂ ਆਪਣੇ ਜਿਹੜੇ ਪੱਖ ਨੇ ਜਿਹੜੇ ਤੁਹਾਡੇ, ਕਿਉਂਕਿ ਜਿਵੇਂ ਤੁਸੀਂ ਥੋੜ੍ਹੀ ਜਿਹੀ ਵੱਖਰੀ ਰਾਏ ਰੱਖਦੇ ਹੋ ਕਿ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਨੂੰ ਇਸ ਤਰ੍ਹਾਂ ਦਰੁਸਤ ਕਰਨ ਦੀ ਲੋੜ ਹੈ, ਪਰ ਕਈ ਵਾਰ ਉਹਦੀ ਸੁਣਵਾਈ ਨਹੀਂ ਹੁੰਦੀ, ਤਾਂ ਉਹ ਮੁੱਦੇ ਕੋਈ ਤੁਸੀਂ ਆਪਣੇ ਪਾਰਟੀ ਲੈਵਲ ਤੇ ਰੱਖੇ ਹੋਣ, ਜਾਂ ਉਸ ਤੋਂ ਬਾਅਦ ਜਨਰਲ ਹਾਊਸ ਦੀ ਮੀਟਿੰਗ 'ਚ ਰੱਖੇ ਹੋਣ, ਜਾਂ ਚਿੱਠੀ ਪੱਤਰ ਰਾਹੀਂ ਰੱਖੇ ਹੋਣ, ਜਾਂ ਉਹਨਾਂ ਦੇ ਵਿੱਚੋਂ ਕੋਈ ਹੱਲ ਹੋਇਆ ਹੋਵੇ, ਕੁਝ ਇਸ ਤਰ੍ਹਾਂ ਦੀ ਗੱਲ ਕੋਈ ਸਾਂਝੀ ਕਰਨੀ ਚਾਹੋ ਜੀ? ਉਹਦੇ ਵਿੱਚ ਤਾਂ ਜੀ ਪਿਛਲੇ ਜਿਹੜੇ ਤਕਰੀਬਨ 10-15 ਸਾਲ ਤੋਂ ਤਾਂ ਮੈਂ ਮਹਿਸੂਸ ਕਰਦੀ ਹਾਂ ਕਿ ਜਿਸ ਤਰ੍ਹਾਂ ਦਾ ਸ਼੍ਰੋਮਣੀ ਕਮੇਟੀ ਦਾ ਸਿਸਟਮ ਚੱਲਦਾ ਸੀ ਉਸ ਤਰ੍ਹਾਂ ਨਹੀਂ ਚੱਲ ਰਿਹਾ। ਜੀ ਸ਼੍ਰੋਮਣੀ ਕਮੇਟੀ ਵਿੱਚ ਕਿਤੇ ਨਾ ਕਿਤੇ ਡੇਰਾਵਾਦ ਦਾ ਪ੍ਰਭਾਵ ਵੱਧਦਾ ਪਿਆ ਹੈਗਾ। ਜੀ ਔਰ ਜਿਸ ਪਿੱਛੇ ਸਾਨੂੰ ਲੱਗਦਾ ਕੁਝ ਸਖਤ ਕਦਮ ਵੀ ਚੁੱਕਣ ਦੀ ਜ਼ਰੂਰਤ ਹੈ। ਕੁਝ ਉਹੀ ਗੱਲ ਕਿ ਵੀ ਆਪਸ ਦੇ ਵਿੱਚ ਇੱਕ ਸੰਵਾਦ ਜ਼ਰੂਰੀ ਹੈ। ਜੀ ਜਦ ਤੱਕ ਉਹ ਸੰਵਾਦ ਦਾ ਇੱਕ ਪੈਟਰਨ ਜਾਂ ਇੱਕ ਜਨਰਲ ਹਾਊਸ ਦੇ ਵਿੱਚ ਮੈਂਬਰਸ ਦੇ ਮੁੱਦੇ ਚੁੱਕਣ ਦਾ, ਜਾਂ ਜਦੋਂ ਕੋਈ ਤੁਸੀਂ ਚਿੱਠੀ ਲਿਖਦੇ ਹੋ ਪ੍ਰਧਾਨ ਨੂੰ ਪੁਆਇੰਟ ਆਊਟ ਕਰਨ ਦੀ, ਉਹਦਾ ਜਵਾਬ ਹੀ ਨਹੀਂ ਆਉਂਦਾ। ਜੀ ਜੀ ਜਦ ਤੱਕ ਉਹ ਜਵਾਬ ਦੇਣ ਵਾਲਾ ਸਿਸਟਮ ਨਹੀਂ ਸ਼ੁਰੂ ਹੋਏਗਾ, ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਵੀ ਅਸੀਂ ਜਿਹੜਾ ਇਸ ਵੇਲੇ ਸਿੱਖ ਚਾਹੁੰਦੇ ਨੇ ਇਹ ਸੰਸਥਾ ਕੰਮ ਕਰੇ, ਉਹੋ ਜਿਹਾ ਕੰਮ ਉਦੋਂ ਤੱਕ ਕਰ ਸਕੇਗੀ।
ਅੱਛਾ ਬੀਬੀ ਜੀ, ਦੋ ਸਵਾਲ ਮੈਂ ਜਾਂਦਾ ਜਾਂਦਾ ਜ਼ਰੂਰ ਤੁਹਾਨੂੰ ਕਰਨਾ ਚਾਹੁੰਦਾ। ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸਾਹਿਤ ਛਾਪਿਆ ਜਾਂਦਾ, ਚਾਹੇ ਉਹ ਗੁਰੂ ਸਾਹਿਬ ਨਾਲ ਸੰਬੰਧਿਤ ਕਿਤਾਬਾਂ ਹੋਣ ਜਾਂ ਕਿਤਾਬਚੇ ਹੋਣ ਜਾਂ ਪ੍ਰਚਾਰ ਦੀ ਹੋਰ ਸਮੱਗਰੀ ਹੋਵੇ, ਉਹ ਸਾਰੇ ਕੁਝ ਦੇ ਵਿੱਚ ਵੀ ਪਿਛਲੇ ਸਮੇਂ 'ਚ ਕੁਝ ਕਿਤਾਬਾਂ ਦੇ ਉੱਪਰ, ਕੁਝ ਜਿਹੜੀਆਂ ਕੁਝ ਕਿਤਾਬਚਿਆਂ ਦੇ ਉੱਪਰ ਇਤਰਾਜ਼ ਸੀਗਾ। ਅਤੇ ਹੁਣ ਜਿੱਦਾਂ ਦੁਬਾਰਾ ਇਹ ਸੁਣ 'ਚ ਆ ਰਿਹਾ ਕਿ ਵੀ ਇੱਕ ਵਾਰ ਫਿਰ ਤੋਂ ਜਥੇਦਾਰ ਸਾਹਿਬ ਨੇ ਕਿਹਾ ਕਿ ਉਹ ਜਿੰਨਾ 1920 ਤੋਂ ਲੈ ਕੇ ਹੁਣ ਤੱਕ ਦਾ ਜੋ ਵੀ ਛਾਪਿਆ ਗਿਆ SGPC ਵੱਲੋਂ, ਉਹ ਦੁਬਾਰਾ ਛਾਪ ਕੇ ਅਤੇ ਵੰਡਿਆ ਜਾਵੇ। ਉਹ ਕਿਉਂਕਿ ਤੁਸੀਂ ਕਾਫੀ ਕਿਤਾਬਾਂ ਨਾਲ ਵਾਬਸਤਾ ਰਹਿੰਦੇ ਹੋ, ਤਾਂ ਮੈਂ ਪੁੱਛਣਾ ਚਾਹੁੰਦਾ ਕਿ ਉਹ ਜਿਹੜੀਆਂ ਕਿਤਾਬਾਂ 'ਚ ਗਲਤੀਆਂ ਹੋ ਗਈਆਂ ਸੀ, ਉਹਨਾਂ ਦੇ ਲਈ ਕੋਈ ਮਸਲਾ ਹੱਲ ਹੋ ਗਿਆ ਕਿ ਇਨ ਫਿਊਚਰ ਨਾ ਕੁਝ ਇਹੋ ਜਿਹਾ ਹੋਵੇ ਕਿ ਪਤਾ ਹੀ ਨਾ ਲੱਗੇ ਕਿੰਨੇ ਕਿਤਾਬ ਲਿਖੀ ਹੈ, ਕਿੰਨੇ ਛਾਪਤੀ ਹੈ, ਕਿੰਨੇ ਵੰਡਤੀ ਹੈ? ਨਹੀਂ, ਇਹ ਜਿਹੜੇ ਤੁਸੀਂ ਦੋ ਮੁੱਦੇ ਉਠਾਏ ਨੇ, ਦੋਨੋਂ ਵੱਖਰੇ ਵੱਖਰੇ ਜੀ। ਇੱਕ ਤਾਂ ਹੈ ਕਿ ਜਿਹੜੇ ਕਿਤਾਬਾਂ ਪਿਛਲੇ ਸਮਿਆਂ ਵਿੱਚ ਛਪੀਆਂ ਉਹਨਾਂ ਦੇ ਵਿੱਚ ਗਲਤੀਆਂ ਦੀ, ਤੇ ਦੂਸਰੀ ਜਿਹੜੀ ਤੁਸੀਂ ਜਥੇਦਾਰ ਜੀ ਵੱਲੋਂ ਜਿਹੜੀ ਗੱਲ ਆਈ ਹੈ ਕਿ ਪੁਰਾਣੀਆਂ ਛਾਪੀਆਂ ਜਾਣ, ਉਹ ਵੱਖਰੀ ਹਨ। ਇਹ ਕਿਤਾਬਾਂ ਉਹ ਹਨ ਜਿਹੜੀਆਂ ਸ਼੍ਰੋਮਣੀ ਕਮੇਟੀ ਦੁਬਾਰਾ ਰੀਪ੍ਰਿੰਟ ਨਹੀਂ ਕਰ ਰਹੀ, ਪਰ ਜਿਹੜੀਆਂ ਕਿ ਬਹੁਤ ਮਹੱਤਤਾ ਰੱਖਦੀਆਂ ਔਰ ਬੜੀ ਇੰਪੋਰਟੈਂਟ ਕਿਤਾਬਾਂ ਹਨ। ਹੁਣ ਇਹਦੇ ਵਿੱਚ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਇੱਕ ਜਵਾਲ ਆਇਆ, ਇੱਕ ਡਿਕਲਾਈਨ ਆਈ ਹੈ, ਉਹਦੇ ਵਿੱਚ ਇੱਕ ਜੋ ਸਭ ਤੋਂ ਮਾੜੀ ਗੱਲ ਹੈ ਕਿ ਇਹੋ ਜਿਹਾ ਸਟਾਫ ਵਿੱਚ ਆ ਗਿਆ ਜਿਹਦੀ ਕਿ ਕੈਪੇਬਿਲਿਟੀ ਇਹਨਾਂ ਇੰਸਟੀਟਿਊਸ਼ਨਸ ਦੀ ਨਹੀਂ, ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਹੁਣ ਜਿਸ ਤਰ੍ਹਾਂ ਪਬਲੀਕੇਸ਼ਨ ਦਾ ਡਿਪਾਰਟਮੈਂਟ ਹੈ, ਪਬਲੀਕੇਸ਼ਨ ਦੇ ਡਿਪਾਰਟਮੈਂਟ ਦੇ ਵਿੱਚ ਜਿਸ ਤਰ੍ਹਾਂ ਦੇ ਬੰਦੇ ਚਾਹੀਦੇ ਨੇ, ਜਿਸ ਰੁਚੀ ਵਾਲੇ, ਜਿਸ ਐਜੂਕੇਸ਼ਨਲ ਕੁਆਲੀਫਿਕੇਸ਼ਨ ਵਾਲੇ ਬੰਦੇ ਚਾਹੀਦੇ ਨੇ, ਉਸ ਕੁਆਲੀਫਿਕੇਸ਼ਨ ਔਰ ਉਸ ਲੈਵਲ ਦੇ ਬੰਦੇ ਕੰਮ ਨਹੀਂ ਕਰ ਰਹੇ। ਜੀ। ਔਰ ਇਹ ਜਦ ਤੱਕ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੁਲਾਜ਼ਮ ਹੈ, ਉਹ ਜੋ ਨਿਯਮ ਤੈਅ ਕਰਦੇ ਨੇ ਕਿ ਵੀ ਉਹਦੀ ਕੁਆਲੀਫਿਕੇਸ਼ਨ ਕੀ ਹੋਵੇ ਔਰ ਉਹਦਾ ਕੰਮ ਕੀ ਹੋਵੇ, ਜਦ ਤੱਕ ਨਿਯਮਾਂ ਅਨੁਸਾਰ ਇਹ ਸੰਸਥਾ ਨਹੀਂ ਚਲੇਗੀ, ਇਹਦੇ ਮਸਲੇ ਜਾਰੀ ਰਹਿਣਗੇ। ਲਿਹਾਜ਼ ਔਰ ਸਿਫਾਰਿਸ਼ ਨੁਕਸਾਨ ਕਰ ਰਹੀ ਹੈ। ਮੈਂ ਬੇਨਤੀ ਕਰਨੀ ਚਾਹੁੰਦਾ ਸੀ ਕਿ ਇੱਕ RSS ਦਾ ਦਖਲ ਬੜਾ ਕਿਹਾ ਜਾਂਦਾ ਜੀ, ਇਹ ਸ਼ਬਦ ਵਰਤਿਆ ਜਾਂਦਾ ਜੀ, RSS ਦਾ ਬਹੁਤ ਦਖਲ ਹੈ। ਉਹਦਾ ਕਰਕੇ ਉਹ ਕਿਤਾਬਾਂ ਵੀ ਕਈ ਵਾਰ ਮੜ ਦਿੱਤੀਆਂ ਜਾਂਦੀਆਂ ਕਿ ਉਹ ਜਾਣਬੁੱਝ ਕੇ ਇਤਿਹਾਸ ਬਦਲਣ ਦੀ ਕੋਸ਼ਿਸ਼ ਕਰ ਰਹੇ ਆ। ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੁਰਾਣੇ ਸਰੂਪ ਨੇ ਉਹਨਾਂ ਨੂੰ ਵੀ ਜਾਣਬੁੱਝ ਕੇ ਸੰਸਕਾਰ ਕਰਨ ਦੇ ਲਈ ਕਿਹਾ ਜਾ ਰਿਹਾ ਕਿ ਵੀ ਉਹਨਾਂ ਦਾ ਸੰਸਕਾਰ ਕਰ ਦਿਓ, ਕੁਝ ਚੇਂਜਿਸ ਕਰ ਰਹੀਆਂ ਨੇ। ਤੁਸੀਂ ਸਹਿਮਤ ਹੋ ਇਸ ਚੀਜ਼ ਨਾਲ ਕਿ ਵਾਕਈ RSS ਦਾ ਦਖਲ ਹੈ ਜਾਂ ਇਹ ਜਸਟ ਫੈਲਾਈ ਹੋਈ ਅਫਵਾਹ ਹੈ ਇੱਕ ਤਰ੍ਹਾਂ ਦੀ? ਦੇਖੋ, ਪਹਿਲੇ ਸਿੱਖਾਂ ਦਾ ਦੁਸ਼ਮਣ ਕਾਂਗਰਸ ਹੁੰਦੀ ਸੀ। ਹਰ ਜਿਹੜਾ ਗਲਤ ਕੰਮ ਹੈ ਆਮ ਤੌਰ ਤੇ ਆਮ ਸ਼ਬਦਾਵਲੀ ਵਿੱਚ ਇਹ ਵਰਤਿਆ ਜਾਂਦਾ ਸੀ ਜੀ। ਪਰ ਮੇਰਾ ਇਹ ਮੰਨਣਾ ਹੈ ਕਿ ਜੇ ਤੁਸੀਂ ਆਪਣਾ ਘਰ ਦੀ ਰਾਖੀ ਕਰੋ ਤੇ ਕਿਸੇ ਬਾਹਰਲੇ ਦੀ ਜਿਹੜੀ ਦਖਲ ਅੰਦਾਜ਼ੀ ਹੈ ਉਹ ਬਹੁਤਾ ਅਸਰ ਅੰਦਾਜ਼ ਨਹੀਂ ਹੋ ਸਕਦੀ। ਜੇ ਤੁਸੀਂ ਆਪ ਕਮਜ਼ੋਰ ਹੋ ਜਾਓਗੇ ਤੇ ਫਿਰ ਦੂਸਰੇ ਨੂੰ ਕੀ ਦੋਸ਼ ਦੇ ਰਹੇ ਹੋ? ਆਪਣਾ ਘਰ ਬਚਾਉਣ ਵਾਸਤੇ ਆਪ ਹੀ ਤਗੜੇ ਹੋਣਾ ਪਏਗਾ। ਜੀ। ਬੀਬੀ ਜੀ, ਮੈਂ ਔਰਤਾਂ ਦਾ ਸਿੱਖ ਪੰਥ ਦੇ ਵਿੱਚ ਯੋਗਦਾਨ ਅਤੇ ਔਰਤਾਂ ਦੇ ਲਈ ਕੀਤੇ ਜਾ ਰਹੇ ਕੰਮ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੀ ਇੱਕ ਔਰਤ ਹੋਣ ਦੇ ਨਾਤੇ ਔਰਤਾਂ ਨੂੰ ਹੋਰ ਉੱਪਰ ਚੱਕਣ ਦੇ ਲਈ ਜਾਂ ਉਹਨਾਂ ਦੀ ਬੈਟਰਮੈਂਟ ਦੇ ਲਈ ਗੁਰਦੁਆਰਾ ਕਮੇਟੀ ਦੀ ਤਰਫੋਂ ਜਾਂ ਐਜ਼ ਏ ਸਿੱਖ ਜਿਹੜੇ ਕੰਮ ਕੀਤੇ ਜਾਂ ਆਉਣ ਵਾਲੇ ਸਮੇਂ 'ਚ SGPC ਕੁਛ ਕਰ ਰਹੀ, ਕੁਛ ਸਾਡੇ ਨਾਲ ਸਾਂਝੇ ਕਰਨੇ ਚਾਹੋ ਤਾਂ ਜੀ। ਸ਼੍ਰੋਮਣੀ ਕਮੇਟੀ ਦੇ ਵਿੱਚ ਵਿਸ਼ੇਸ਼ ਅਗਰ ਬੀਬੀਆਂ ਵਾਸਤੇ ਕਹੋ ਤੇ ਇਹੋ ਜਿਹਾ ਕੋਈ ਪ੍ਰੋਗਰਾਮ ਹੈ ਨਹੀਂ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਮੈਂ ਇਹ ਕੋਸ਼ਿਸ਼ ਕੀਤੀ ਸੀ ਕਿ ਜਿਸ ਤਰ੍ਹਾਂ ਹਰ ਦਫ਼ਤਰ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਬੀਬੀਆਂ ਕੰਮ ਵਾਸਤੇ ਆਉਂਦੀਆਂ ਨੇ, ਇੰਪਲੋਈਜ਼ ਹਨ ਜੀ, ਉਹਨਾਂ ਨੂੰ ਕੋਈ ਦਿੱਕਤਾਂ ਆਉਂਦੀਆਂ, ਉਹਨਾਂ ਦੀ ਕਿਤੇ ਐਕਸਪਲੋਇਟੇਸ਼ਨ ਨਾ ਹੋਵੇ, ਇਹਦੇ ਵਾਸਤੇ ਬਕਾਇਦਾ ਇੱਕ ਹੋਣਾ ਚਾਹੀਦਾ। ਜਿਸ ਤਰ੍ਹਾਂ ਨਾ ਆਫਿਸਿਸ ਦੇ ਵਿੱਚ ਹੁੰਦਾ ਨਾ ਪ੍ਰੋਟੈਕਸ਼ਨ ਫਰੋਮ ਹੈਰਾਸਮੈਂਟ ਵਗੈਰਾ, ਤੇ ਉਸ ਕਿਸਮ ਦੀ ਕਮੇਟੀ ਬਣਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਕਿਸੇ ਵੇਲੇ ਕੋਈ ਗਲਤ ਐਲੀਮੈਂਟ ਕਿਸੇ ਲੈਵਲ ਦੇ ਉੱਪਰ ਹੋਵੇ ਤੇ ਘੱਟੋ ਘੱਟ ਗੁਰਦੁਆਰਾ ਪ੍ਰਬੰਧ ਦੇ ਵਿੱਚ ਇੱਕ ਔਰਤ ਨੂੰ ਮਹਿਫੂਜ਼ ਆਪਣੇ ਆਪ ਨੂੰ ਸਮਝਣਾ ਚਾਹੀਦਾ ਔਰ ਉਹਦੇ ਕੋਲ ਇੱਕ ਪਲੇਟਫਾਰਮ ਚਾਹੀਦਾ ਜਿੱਥੇ ਉਹ ਸ਼ਿਕਾਇਤ ਕਰ ਸਕੇ। ਸੋ ਉਹ ਇੱਕ ਕਮੇਟੀ ਬਣਵਾਈ ਸੀ, ਪਰ ਥੋੜੀ ਦੇਰ ਹੀ ਉਹਦੀ ਵੈਲਿਡਿਟੀ ਰਹੀ, ਉਸ ਤੋਂ ਬਾਅਦ ਇਹਨੂੰ ਬਹੁਤਾ ਫੋਲੋ ਅਪ ਨਹੀਂ ਕੀਤਾ ਗਿਆ ਜੀ। ਜਿਸ ਤਰ੍ਹਾਂ ਹੁਣ ਸਿੱਖ ਧਰਮ ਦੇ ਵਿੱਚ ਇੱਕ ਜਿਹੜੀ ਬਹੁਤ ਵਧੀਆ ਗੱਲ ਹੈਗੀ ਹੈ ਉਹ ਇਹ ਹੈਗੀ ਹੈ ਕਿ ਜਿਹੜੀ ਪ੍ਰਚਾਰਕ ਅਸੀਂ ਅੱਗੇ ਸਿਰਫ ਮੇਲ ਰੱਖੇ ਜਾਂਦੇ ਸੀ, ਸਿਰਫ ਮਰਦ ਪ੍ਰਚਾਰਕ ਰੱਖੇ ਜਾਂਦੇ ਸੀ ਜੀ। ਇਸ ਵੇਲੇ ਸ਼੍ਰੋਮਣੀ ਕਮੇਟੀ ਕੋਲ ਯੰਗ ਇਸਤਰੀ ਪ੍ਰਚਾਰਕ ਵੀ ਹੈਗੇ ਨੇ। ਅੱਛਾ ਜੀ।
ਸੋ ਉਹ ਇੱਕ ਬੜਾ ਪੋਜ਼ਿਟਿਵ ਸਟੈਪ ਹੈ ਔਰ ਇੱਕ ਬਹੁਤ ਜਿਹਨੂੰ ਮੈਂ ਵਧੀਆ ਸਮਝਦੀ ਹਾਂ ਕਿ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜਿਹੜਾ ਕਾਲਜ ਹੈ ਜਿੱਥੋਂ ਕਿ ਪ੍ਰਚਾਰਕ ਔਰ ਰਾਗੀ ਸਿੰਘ ਤਿਆਰ ਕੀਤੇ ਜਾਂਦੇ ਨੇ, ਅੱਜ ਉਸ ਕਾਲਜ ਦੀ ਪ੍ਰਿੰਸੀਪਲ ਵੀ ਜੀ ਇੱਕ ਗੁਰਸਿੱਖ ਲੇਡੀ ਹੈ। ਜੀ ਸੋ ਜੋ ਆਪਣੇ ਆਪ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ 100 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ, ਇਹ ਬਹੁਤ ਮੈਂ ਸਮਝਦੀ ਹਾਂ ਇੱਕ ਪੋਜ਼ਿਟਿਵ ਗੱਲ ਹੈ। ਬਿਲਕੁਲ ਸਹੀ। ਫਿਰ ਸਿੱਖ ਇਤਿਹਾਸ ਜਿਹੜਾ ਰਿਸਰਚ ਬੋਰਡ ਹੈ ਉਹਦੇ ਵਿੱਚ ਸਾਡੇ ਕੋਲ ਬਹੁਤ ਕੁਆਲੀਫਾਈਡ, ਬਹੁਤ ਪੜ੍ਹੀਆਂ ਲਿਖੀਆਂ ਬੱਚੀਆਂ ਜਿਹੜੀਆਂ ਉੱਥੇ ਵੀ ਕੰਮ ਕਰ ਰਹੀਆਂ। ਸੋ ਇਹਨਾਂ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਯੰਗ ਗੁਰਸਿੱਖ ਔਰ ਪੜ੍ਹੀਆਂ ਲਿਖੀਆਂ ਲੜਕੀਆਂ ਉਹ ਅੱਛੇ ਅਹੁਦਿਆਂ ਉੱਪਰ ਆਉਣੀਆਂ ਸ਼ੁਰੂ ਹੋਈਆਂ। ਜੀ ਪਰ ਹਾਲੇ ਵੀ ਪ੍ਰਚਾਰ ਖੇਤਰ ਵਿੱਚ ਮੈਂ ਮਹਿਸੂਸ ਕਰਦੀ ਹਾਂ ਜਿਸ ਤਰ੍ਹਾਂ ਗ੍ਰੰਥੀ ਦੀ ਪੋਜੀਸ਼ਨ ਹੈ, ਜਿਸ ਤਰ੍ਹਾਂ ਰਾਗੀਆਂ ਦੀ ਪੋਜੀਸ਼ਨ ਹੈ, ਸਾਡੇ ਕੋਲ ਸ਼੍ਰੋਮਣੀ ਕਮੇਟੀ ਨੇ ਕਈ ਵਾਰ ਮਤੇ ਕੀਤੇ ਪਰ ਅੱਜ ਤੱਕ ਲੜਕੀਆਂ ਵਾਸਤੇ ਕੋਈ ਇਹੋ ਜਿਹਾ ਮਿਸ਼ਨਰੀ ਕਾਲਜ ਨਹੀਂ ਖੋਲਿਆ ਜਿੱਥੇ ਕਿ ਉਹ ਬਕਾਇਦਾ ਟ੍ਰੇਨਡ ਪ੍ਰਚਾਰਕ ਔਰ ਰਾਗੀ ਤਿਆਰ ਹੋ ਸਕਣ। ਜੀ ਸੋ ਇਹਦੇ ਵਿੱਚ ਆਪੋਜੀਸ਼ਨ ਬੜੀ ਆਂਦੀ ਹੈ ਤੇ ਔਰ ਮੈਂ ਸੋਚਦੀ ਹਾਂ ਕਿ ਜੋ ਬੇਸਿਕ ਮੂਲ ਸਿੱਖੀ ਸਿਧਾਂਤਾਂ ਦੇ ਅਨੁਕੂਲ ਗੱਲ ਨਹੀਂ, ਉਹਦਾ ਵਿਰੋਧ ਨਹੀਂ ਹੋਣਾ ਚਾਹੀਦਾ। ਪਰ ਇਸ ਮਸਲੇ ਦੇ ਉੱਪਰ ਹਾਲੇ ਤੱਕ ਸਾਨੂੰ ਕਾਮਯਾਬੀ ਨਹੀਂ ਮਿਲੀ ਕਿ ਇੱਕ ਇਸਤਰੀਆਂ ਵਾਸਤੇ ਮਿਸ਼ਨਰੀ ਕਾਲਜ ਖੋਲਿਆ ਜਾ ਸਕੇ। ਜੀ ਪਰ ਆਸ ਕਰਦੇ ਹਾਂ ਹੌਲੀ ਹੌਲੀ ਜਿਸ ਤਰ੍ਹਾਂ ਬੇਬੀ ਸਟੈਪਸ ਦੇ ਵਿੱਚ ਆ ਰਹੀਆਂ ਜੀ ਜੀ ਸਿੱਖ ਬੱਚੀਆਂ ਅੱਗੇ ਤੇ ਗੁਰਦੁਆਰਾ ਮੈਨੇਜਮੈਂਟ ਦੇ ਵਿੱਚ ਵੀ ਆਣ ਗਿਆ, ਕਿਉਂਕਿ ਇੱਥੇ ਵੀ ਕਿਤੇ ਜਿਹੜੀ ਮੈਨੇਜਮੈਂਟ ਵਾਲੀਆਂ ਡਿਸੀਜਨ ਮੇਕਿੰਗ ਵਾਲੀਆਂ ਜਗ੍ਹਾਵਾਂ ਉੱਥੇ ਸਾਨੂੰ ਕੋਈ ਇਸਤਰੀ ਉੱਚ ਅਹੁਦਿਆਂ ਦੇ ਉੱਪਰ ਨਹੀਂ ਦਿਖਾਈ ਦੇ ਰਹੀ। ਜੀ ਤੋ ਆਸ ਕਰਦੇ ਆਉਣ ਵਾਲੇ ਸਮਿਆਂ 'ਚ ਇਹ ਵੀ ਹੋ ਜਾਏਗਾ। ਬੀਬੀ ਜੀ, ਜਾਂਦੇ ਜਾਂਦੇ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਕੋਈ ਸਵਾਲ ਮੈਂ ਪੁੱਛਣੋਂ ਭੁੱਲ ਗਿਆ ਹੋਵਾਂ ਜਾਂ ਕੋਈ ਗੱਲ ਐਸੀ ਤੁਸੀਂ ਸਾਡੇ ਪਲੇਟਫਾਰਮ ਰਾਹੀਂ ਕਹਿਣੀ ਚਾਹੋ ਤਾਂ ਤੁਸੀਂ ਜ਼ਰੂਰ ਕਹਿ ਸਕਦੇ ਹੋ ਜੀ। ਜੀ ਅੱਜ ਕੱਲ ਸ਼੍ਰੋਮਣੀ ਕਮੇਟੀ ਨੂੰ ਸੋਸ਼ਲ ਮੀਡੀਆ ਦੇ ਉੱਪਰ ਭੰਡਣ ਦਾ ਨਾ ਇੱਕ ਰਿਵਾਜ ਜਿਹਾ ਚੱਲ ਗਿਆ ਹੈ ਔਰ ਮੈਂ ਇਹ ਨਹੀਂ ਕਹਿੰਦੀ ਕਿ ਜੋ ਕੁਝ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਸਭ ਸਹੀ ਹੈ, ਗਲਤੀਆਂ ਕੀਤੀਆਂ, ਗਲਤੀਆਂ ਹੁੰਦੀਆਂ। ਜੀ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਜਿਨ੍ਹਾਂ ਕੁਰਬਾਨੀਆਂ ਤੇ ਸ਼ਹੀਦੀਆਂ ਦੇ ਨਾਲ ਇਹ ਸੰਸਥਾ ਬਣੀ ਹੈ, ਇਸ ਸੰਸਥਾ ਨੂੰ ਨਾ ਭੰਡੋ, ਜੀ ਕਿਉਂਕਿ ਇਹ ਸੰਸਥਾ ਦੇ ਜਿਹੜੇ ਮੈਂਬਰ ਤੁਹਾਨੂੰ ਲੱਗਦਾ ਕਿ ਇਹਨਾਂ ਨੇ ਗਲਤੀਆਂ ਕੀਤੀਆਂ, ਇਲੈਕਸ਼ਨ ਆ ਜਾਣੀ ਹੈ, ਇਸ ਇਲੈਕਸ਼ਨ ਆਏਗੀ ਤੇ ਉਹਨਾਂ ਨੂੰ ਬਦਲ ਦੇਣਾ। ਜੀ ਸੋ ਸੰਸਥਾ ਨੂੰ ਨਾ ਨੁਕਸਾਨ ਪਹੁੰਚਾਉਂਦੇ ਹੋਏ ਤੁਹਾਡੇ ਕੋਲ ਪਰਮਾਤਮਾ ਨੇ ਸਮਾਂ ਦੇਣਾ, ਇਲੈਕਸ਼ਨਾਂ ਆਉਣੀਆਂ ਤੇ ਉਹਦੇ ਵਿੱਚ ਤੁਸੀਂ ਨਵੇਂ ਮੈਂਬਰ ਜੋ ਤੁਹਾਨੂੰ ਸਹੀ ਲੱਗਦਾ ਉਹ ਲੈ ਆਣਾ। ਬਿਲਕੁਲ ਪਰ ਸਹੀ। ਫਿਲਹਾਲ ਜਿਹੜਾ ਇੱਕ ਕੌਮ ਦਾ ਇੱਕ ਸਰਮਾਇਆ ਉਹਨੂੰ ਅਸੀਂ ਇਸ ਤਰ੍ਹਾਂ ਭੰਡੀ ਪ੍ਰਚਾਰ ਵਿੱਚ ਨਾ ਰੋਲੀਏ। ਬਿਲਕੁਲ ਸਹੀ। ਬੀਬੀ ਕਿਰਨਜੋਤ ਕੌਰ ਜੀ, ਤੁਸੀਂ ਸਮਾਂ ਕੱਢਿਆ ਸਾਡੇ ਲਈ, ਇੰਨੀਆਂ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਧੰਨਵਾਦ ਜੀ। ਮਿਹਰਬਾਨੀ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਹਿਣਾ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਹਰ ਤਰ੍ਹਾਂ ਦਾ ਪੱਖ ਜਿਹੜੀਆਂ ਉਹ ਗੱਲਾਂ ਆਮ ਤੌਰ 'ਤੇ ਤੁਹਾਡੇ ਤੱਕ ਨਹੀਂ ਪਹੁੰਚਦੀਆਂ ਉਹ ਵੀ ਜ਼ਰੂਰ ਪਹੁੰਚਾਈਆਂ ਜਾਣ। ਪ੍ਰਾਈਮ ਏਸ਼ੀਆ ਟੀਵੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ। ਬਾਕੀ ਤੁਹਾਡੀ ਫੀਡਬੈਕ ਦਾ ਸਾਨੂੰ ਇੰਤਜ਼ਾਰ ਰਹੇਗਾ, ਉਹ ਭੇਜਦੇ ਰਹਿਣਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।